ਸਤਨਾਮ ਵਾਹਿਗੁਰੂ ਸਾਹਿਬ ਜੀ। ਫਰੀਦਾ ਦੋਹੋਂ ਦੀਵੀ ਬੁਲੰਦਿਆਂ ਮਲਕ ਬਹਿਠਾ ਆਏ। ਗੜ ਲੀਤਾ ਘਟ ਲੁਟਿਆ ਦੀਵੜੇ ਗਿਆ ਬੁਝਾਏ। ਦੋਹੋਂ ਦੀਵੀ ਬੁਲੰਦਿਆਂ ਮਲਕ ਬਹਿਠਾ ਆਏ। ਗੜ ਲੀਤਾ ਘਟ ਲੁਟਿਆ ਦੀਵੜੇ ਗਿਆ ਬੁਝਾਏ। ਜੋ ਆਇਆ ਸੋ ਚੱਲ ਸੀ सब कोई आई वारी है। जिसके जी प्राण है क्यों साहिब मन हो विसारी है। जिसके जी प्राण है क्यों साहिब मन हो विसारी है। परम सत्कारयोग सतगुरु गुरु ग्रंथ साहिब महाराज जी की पावन हजूरी अंदर विराजमान गुरु प्यारी साध संगत जी बुलाओ फतेह। वाहिगुरु जी का खालसा वाहिगुरु जी की फतेह। जिन्नी की भी संगत बाहर अंदर इधर उधर किते बैठी है, आओ सतगुरां दे चरनां विच जुड़ जाइए। साडे वीर दा विछोड़ा, साडे इस भरा दा विछोड़ा सतगुरां नाल मिलाप दा साधन बन जावे। दोहों दीवी बुलंदियां मलक बैठा है। मौत जदों इंसान नूं आउंदी है, सतगुरु जी कहते दोहों दीवी बुलंदियां अखां खुल्लियां ही होंदियां। मलक बैठा आए मौत दा फरिश्ता आउंदा है। गढ़ लीता घट लुटिया दीवड़े गया बुझाए। श्वास खिंच लैंदा, अखां बंद करके चलिया जाता। दीवड़े गया बुझाए वो खुलियां अखां नाल जग नूं देखदा सै, वो फिर देखण जोगियां नहीं रहिंदी। कतक दे महीने राही सतगुरु जी सानूं यही उपदेश दिंदे आ भी संसार दे विच विचरदा होया, संसार दे विच रहिंदा होया तेरा जीवन किहो जिहा होवे, किदां दा जीवन तू बतीत करे इत्थे इस धरती उत्ते। कतक कर्म कमावणे दोष न काहू जो। तेरा जीवन दी तैनूं समझ होवे, जो तू कर्म करदा तैनूं समझ होवे। तेरी जिंदगी दा हर एक पुट्टिया होया कदम तैनूं पता होवे। सवेर तो उठण तो लैके शाम तक तू की करदा तैनूं पता होवे। तेरियां गलतियां दा तैनूं पता होवे। कर्म तेरे इस तरीके दे होण महाराज की, तेरे कीते हुए कर्मां दा, संसार विच तेरे गुजरे हुए पलां दा तैनूं पता होवे। तेरे पल किसी लई दुखदाई ते नहीं। तेरा लंघ रहा समा किसी लिए ढिक्का तो नहीं बन रहा। कि तू अपने जीवन में सक्सैस है, तू जिंदगी में अगे वध रहा है कि उत्थे ही खड़ा कि जिन्ना कि तू आया सी उदों घट गया। तो सानूं पता होना चाहिए। हर एक चीज़ असीं नाप तोल के लैने। बाजार चों समान लैण जाने असीं कंडे का ख्याल किन्ना रखते, पैसों का रेट भी पुछते। कोई चीज़ महंगी तो नहीं ला दी, घट तो नहीं किते। अपना नहीं कदे असीं सोचिया
ਵੀ ਸਾਡਾ ਜਿਹੜਾ ਜ਼ਿੰਦਗੀ ਦਾ ਸਮਾਂ ਲੰਘਦਾ ਹੈ, ਇਹ ਸਮਾਂ ਕਿਸੇ ਲਈ ਦੁਖਦਾਈ ਤੇ ਨਹੀਂ ਸਾਡਾ। ਵੈਸੇ ਵੀ ਗੁਰਮੁਖੋ ਸਮਾਜ ਵਿੱਚ ਜਦੋਂ ਵਿਚਰਦੇ ਹਾਂ ਅਸੀਂ ਵਿਗਾੜ ਕਿਸੇ ਦਾ ਕੁਝ ਨਹੀਂ ਸਕਦੇ। ਇਹ ਸਾਡੇ ਮਨ ਦਾ ਵਹਿਮ ਹੁੰਦਾ ਵੀ ਅਸੀਂ ਕਿਸੇ ਨੂੰ ਤੰਗ ਕਰ ਦਿਆਂਗੇ, ਅਸੀਂ ਕਿਸੇ ਨੂੰ ਕੁਝ ਵਿਗਾੜ ਦਿਆਂਗੇ। ਇਹ ਹੋਣਾ ਕੁਝ ਨਹੀਂ ਹੁੰਦਾ, ਇੱਕ ਸਾਡੇ ਮਨ ਦੇ ਵਹਿਮ ਹੁੰਦੇ ਨੇ। ਇਹੀ ਜਿਹੜੇ ਕਰਮ ਨੇ ਫਿਰ ਸਾਡੇ ਮਨ ਵਿੱਚ ਵਸੀਆਂ ਹੋਈਆਂ ਈਰਖਾਵਾਂ ਨੇ, ਸਾਡੇ ਜਿਹੜੇ ਕਰਮ ਨੇ ਇਹ ਸਾਡਾ ਰਾਹ ਦਸ਼ੇਰਾ ਬਣਦੇ ਆ, ਫਿਰ ਬੰਦਾ ਉਸੇ ਪਾਸੇ ਨਹੀਂ ਤੁਰਿਆ ਜਾਂਦਾ। ਇਸੇ ਲਈ ਮਹਾਰਾਜ ਕਹਿੰਦੇ ਨੇ ਕਰਮ ਤੂੰ ਆਪ ਕਰਦਾ, ਫਿਰ ਦੋਸ਼ ਕਿਸੇ ਨੂੰ ਹੋਰ ਨਾ ਦੇਈ। ਕਰਮ ਕਰਨ ਤੋਂ ਪਹਿਲਾਂ ਸੋਚ ਲੈ ਤੂੰ ਕਰਮ ਕੀ ਕਰ ਰਿਹਾ। ਦੋਸ਼ ਨਾ ਮਹਾਰਾਜ ਕਹਿੰਦੇ ਕਿਸੇ ਨੂੰ ਦੇਈ। ਕਦ ਤੱਕ ਕਰਮ ਕਮਾਵਣੇ ਦੋਸ਼ ਨਾ ਕਾਹੂ। ਤੂੰ ਦੋਸ਼ ਕਿਸੇ ਨੂੰ ਹੋਰ ਨਾ ਦੇਈ, ਕਰਮ ਤੇ ਆਪਣੇ ਆਪ ਕੀਤੇ ਆ। ਜੇ ਤੂੰ ਆਪਣੇ ਕੀਤੇ ਕਰਮਾਂ ਦਾ ਦੋਸ਼ ਕਿਸੇ ਨੂੰ ਹੋਰ ਦੇਵੇਗਾ, ਤੇਰੀ ਬਹੁਤ ਵੱਡੀ ਭੁੱਲ ਹੋਵੇਗੀ। ਇਸ ਲਈ ਕਰਮ ਦੇਖ ਕੇ ਕਰ। ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਹੋਰ ਕਿਸੇ ਨੂੰ ਦੋਸ਼ ਨਾ ਦੇ। ਜੋ ਤੂੰ ਕਰ ਲਿਆ ਉਹ ਤੇ ਪਾ ਲਿਆ। ਬੰਦਾ ਨਸ਼ਾ ਕਰਨ ਲੱਗਦਾ, ਕੋਈ ਧੱਕੇ ਨਾਲ ਮੂੰਹ ਤੇ ਨਹੀਂ ਨਾ ਪਾਉਂਦਾ। ਸ਼ਰਾਬ ਪੀਣ ਲੱਗਦਾ, ਕੋਈ ਧੱਕੇ ਨਾਲ ਥੋੜਾ ਠੇਕੇ ਲੈ ਕੇ ਜਾਂਦਾ। ਪੈਰ ਤੇ ਆਪਣੇ ਤੁਰ ਕੇ ਜਾਂਦੇ ਆ। ਆਪਾਂ ਚੁਗਲੀ ਕਰਦੇ ਆ, ਨਿੰਦਿਆ ਕਰਦੇ ਆ, ਕੋਈ ਤੁਹਾਨੂੰ ਕਹਿੰਦਾ ਥੋੜਾ ਕਿ ਵੀ ਤੁਸੀਂ ਕਰੋ। ਹਟਦੇ ਨਹੀਂ, ਸਾਡੇ ਸੁਭਾਅ ਬਣ ਜਾਂਦੇ, ਅਸੀਂ ਆਪੇ ਹੀ ਲੱਗੇ ਰਹਿੰਦੇ ਆ। ਸਾਡੇ ਕਰਮਾਂ ਨੇ ਸਾਨੂੰ ਤੋਰਨਾ, ਸਾਡੀ ਸੋਚ ਨੇ ਸਾਨੂੰ ਤੋਰਨਾ। ਪੋਜ਼ਿਟਿਵ ਹੈ ਨੈਗੇਟਿਵ ਹੈ ਕਿੱਦਾਂ ਦੀ ਹੈ। ਫਿਰ ਆਪਣੇ ਕੀਤੇ ਹੋਏ ਕਰਮਾਂ ਦਾ ਦੋਸ਼ ਆਪਾਂ ਕਿਸੇ ਨੂੰ ਦਈਏ। ਮਹਾਰਾਜ ਕਹਿੰਦੇ ਭੁੱਲ ਹੈ ਤੇਰੀ ਗੁਰਮੁਖ। ਇਸ ਲਈ ਪਹਿਲਾਂ ਹੀ ਸੋਚ, ਕਰਮ ਕਰਨ ਤੋਂ ਪਹਿਲਾਂ ਸੋਚ। ਭਗਤ ਫਰੀਦ ਜੀ ਕਹਿੰਦੇ ਆ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਆਪ ਨੜੈ ਗਿਰਵਾਨ ਮਹਿ, ਸਿਰ ਨੀਵਾ ਕਰ ਦੇਖਾ। ਜੇ ਤੂੰ ਵਾਕਈ ਸੋਝੀ ਵਾਲਾ ਹੈ, ਜੇ ਤੂੰ ਵਾਕਈ ਸੂਝ-ਬੂਝ ਰੱਖਦਾ ਹੈ, ਫਿਰ ਤੂੰ ਇਹ ਮਾੜੇ ਕਰਮ ਕਰਦਾ ਹੀ ਕਿਉਂ ਆ। ਜੇ ਤੂੰ ਆਪਣੇ ਆਪ ਨੂੰ ਸਮਝਦਾ ਮੈਂ ਅਕਲ ਵਾਲਾ ਹਾਂ, ਜੇ ਤੂੰ ਸਮਝਦਾ ਵੀ ਮੈਂ ਸਿਆਣਾ, ਫਿਰ ਮਾੜੇ ਕਿਉਂ। ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲਿਖ, ਫਿਰ ਮਾੜੇ ਕਰਮ ਕਰਨਾ। ਆਪ ਨੜੈ ਗਿਰਵਾਨ ਮਹਿ, ਸਿਰ ਨੀਵਾ ਕਰ ਦੇਖ। ਆਪਣੇ ਅੰਦਰ ਨੂੰ ਝਾਤੀ ਮਾਰ। ਸੰਸਾਰ ਵਿੱਚ ਵਿਚਰਦਾ ਹੋਇਆ ਤੂੰ ਕਿਵੇਂ ਵਿਚਰ ਰਿਹਾ। ਆਪਣੇ ਵੱਲ ਵੇਖ। ਜਿੰਨਾ ਚਿਰ ਆਪਣਾ ਆਪ ਨਹੀਂ ਪਰਖੇਗਾ, ਉਹਨਾਂ ਚਿਰ ਤੇਰੇ ਜ਼ਿੰਦਗੀ ਦੇ ਅਗਲੇਰੇ ਜਿਹੜੇ ਪੰਧ ਨੇ ਸਹੀ ਨਹੀਂ ਪੁੱਟੇ ਜਾਣੇ। ਇਸ ਲਈ ਆਪਣੇ ਆਪ ਨੂੰ ਵੇਖ। ਮਹਾਰਾਜ ਕਹਿੰਦੇ ਜੇ ਤੂੰ ਵਾਕਈ ਸਮਝਦਾ ਮੈਂ ਸਿਆਣਾ, ਮੈਂ ਬਰੀਕ ਸੋਝੀ ਵਾਲਾ, ਬਹੁਤ ਅਕਲ ਲਤੀਫ ਹਾਂ ਮੈਂ, ਫਿਰ ਆਪਣੇ ਆਪ ਨੂੰ ਵੇਖ, ਪਰਖ। ਆਪਣੇ ਅੰਦਰ ਝਾਤੀ ਮਾਰ। ਆਪਣੇ ਪੀੜੇ ਹੇਠਾਂ ਸੋਟੀ ਫੇਰ। ਦੂਜਿਆਂ ਨੂੰ ਸਿੱਖਿਆਵਾਂ ਦੇਣ ਵਾਲਿਆ, ਤੂੰ ਆਪ ਕਿੱਥੇ ਖੜਾ। ਇਸ ਸਮਾਜ ਵਿੱਚ ਵਿਚਰਨ ਵਾਲਿਆ, ਤੇਰਾ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਦਾ ਸਮਾਂ ਕਿੱਦਾਂ ਦਾ ਲੱਗਦਾ। ਆਪਣੇ ਆਪ ਨੂੰ ਵੇਖ। ਮਹਾਰਾਜ ਕਹਿੰਦੇ ਇਸ ਲਈ ਸੰਗਰਾਂਦ ਦਾ ਮਹੀਨਾ ਆਉਂਦਾ, ਅਸੀਂ ਇਕੱਤਰ ਹੁੰਦੇ ਹਾਂ, ਸ਼ਬਦ ਪੜ੍ਹਿਆ ਜਾਂਦਾ ਹੈ, ਉਸ ਤੋਂ ਬਾਅਦ ਅਸੀਂ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ। ਇਹਨਾਂ ਸ਼ਬਦਾਂ ਰਾਹੀਂ ਸਾਨੂੰ ਇੱਕ ਇਕੱਠੇ ਹੋਣ ਦਾ ਸਮਾਂ ਮਿਲਦਾ ਹੈ ਗੁਰੂ ਦੀ ਸ਼ਰਨ ਦੇ ਵਿੱਚ। ਉਸ ਮਹੀਨੇ ਰਾਹੀਂ ਸਾਨੂੰ ਸਿੱਖਿਆ ਕੀ ਮਿਲਦੀ ਹੈ, ਇਹ ਜੀ ਗੁਰਮੁਖੋ ਅਸੀਂ ਵਿਚਾਰਦੇ। ਸਤਿਗੁਰਾਂ ਨੇ ਇਸ ਸੰਸਾਰ ਦੇ ਵਿੱਚੋਂ ਹਰ ਇੱਕ ਸਾਧਨ ਵਰਤਿਆ ਇਸ ਪ੍ਰਾਣੀ ਨੂੰ ਸਮਝਾਉਣ ਵਾਸਤੇ। ਕਿਤੇ ਦਿਨਾਂ ਦੀਆਂ ਉਦਾਹਰਨਾਂ, ਕਿਤੇ ਮਹੀਨਿਆਂ ਦੀਆਂ ਉਦਾਹਰਨਾਂ, ਕਿਤੇ ਪਸ਼ੂਆਂ ਦੀਆਂ, ਕਿਤੇ ਪੰਛੀਆਂ ਦੀਆਂ। ਜਿੱਥੋਂ ਵੀ ਸਤਿਗੁਰਾਂ ਨੂੰ ਲੱਗਿਆ ਸਮੇਂ ਦੇ ਮੁਤਾਬਕ ਉਹੀ ਉਦਾਹਰਨ ਦਿੱਤੀ ਵੀ ਇਸ ਪ੍ਰਾਣੀ ਨੂੰ ਸਮਝ ਆ ਜਾਵੇ
क्योंकि इहने इस संसार के उपर विचरना है, इहदा जीवन पद्धर वधिया होगा। जिन्ना भी इहदा समा मिलिया सौखा लंघ जे इस धरती उपर। सानू हर एक वो हीला वो वसीला वरतिया गुरु जी ने समझाने वास्ते। हुण 12 माह की बाणी है, एक एक महीने राही सानू उपदेश दिता, जिद्दां कतक के महीने राही दिता। हुण सारी बाणी पढ़न तो बाद की आख्या सी, महादिवस मूर्त भले। की असी ये चीज़ समझते हैं भी सारे दिन चंगे आ? की असी ये गल सोची है? सतगुरां नूं पता सी भी इन्हां ने वहम कर जाना भी कत्ते चाह के है, अस्सू चाह के है, मगर चाह के है इको ही उपदेश है। इस करके उन्होंने अखीर च समझाउणा ही कीता, सानू भाई महीने सारे ही इको ने, दिन सारे ही इको ने। किहदे लई ने? जिहदे उत्ते वाहिगुरू की मेहर हो गई, जिन्हें गुरु कोलों ज्ञान ते सोझी लै लई, उहदे लई सारे इको ने। नहीं तो फिर गुरमुखो आपां सोचीए, घर विचों लाश जाती है, उस दिन उदों कोई साडे लिए माड़ा दिन हो सकता? एक घर दे विचों लाश जावे, साडे लिए कोई उदों माड़ा दिन हो सकता? नहीं हो सकता। जदों लाश जाती है, फिर उहदे फुल्लां वाले दिन की विचार, फिर उहदियां मकानां वाले दिन की विचार, फिर उहदे भोग वाले दिन की विचार, फिर ये विचारा कित्थों आ गई? साडे लई ते बुधवार भी माड़ा जे बुधवार नूं डेथ हो गई, साडे लई ते ऐतवार भी माड़ा जे ऐतवार नूं हो गई, साडे परिवार का जी घट गया। फिर फुल्लां दी विचार, फिर भोग वाला दिन भी देख के रखना। फिर असीं दिनां तो भी डरदे हां भी जे आह दिन दा भोग पै गया, पिंड दे विच किते वाढा ना लग जे, किते इस तरह करके होर मौतां ना हो जाण। साडे मन च डर ने, ये डर भरम वल लै जाएगा। जिथे भरम होएगा उत्थे धर्म नहीं लभना, जिन्ना मर्जी जोर ला लो। असल विच बंदा जिंदगी भरम विच जिउं रिहा, भरम दे विचों धर्म नहीं निकलना, धर्म भरम कढ देवेगा। असल गल यह है भी असीं भरम दे विच बहुत हां। वड्डा हिस्सा इस लुकाई दा भरम विच है। भरम दे विच ही धर्म भालदा फिरदा है, भुलेखे विच है भी मैं शायद धर्म कमा रहा है। ये धर्म नहीं, वो कल्ला भरम ही है। जिथे धर्म होएगा भरम खत्म हो जाएगा। उत्थे फिर महादिवस मूर्त भले, उत्थे सारे दिन चंगे ने भाई। साडे लिए सारे दिन चंगे ने। जदों असीं मालक तो टुट गए, साडे लिए सारे ही माड़े ने। सच तो टुटिया सारे ही माड़े ने। चंगियां सिक्ख्यावां ही नहीं साडे कोल होणगीਆਂ, सारे ही दिन माड़े ने। चंगियां सिक्ख्यावां ने साडे कोल, असीं अपनी जिंदगी का समा अपने तरीके नाल लंघावांगे, वधिया ढंग नाल असीं जीवन गुजारांगे। चंगियां सिक्ख्यावां ने साडे कोल, जे नहीं हैगियां साडे लई वो सारे ही दिन माड़े ने। जे नशा करन वाले आ, उन्हां दा हाल देखो। कई बार घरां चों पैसे नहीं मिलते तो फिर बाहर लभदे फिरदे आ, किते चोरी करदे आ, किते कुछ करदे आ। उन्हां लई ते सदा ही उही है सब कुछ। समझ है नहीं, ज्ञान है नहीं, सोझी है नहीं, शरीर नूं नशे ला ले। वो ऐब की पूर्ति करनी है, माड़े चंगे ढंग नाल हरेक नाल करनी है, कितों करनी है। जिहड़ा सच नालों टुट गया, जिहड़ा गुरु नालों दूर हो गया, गुरमुखो वो वहम ते भरम विच है। जिहड़ा गुरु नाल जुड़ गया, उहदे वहम ते भरम दूर हो जाने। महाराज कहंदे धर्म ते भरम अलग अलग है। भरम दे विचों धर्म ना भालीए, धर्म तेरा भरम कट देवेगा। कतक कर्म कमावने दोष ना काहू योग, परमेश्वर ते भुलिया व्यापन सब है रोग। बड़े रोग इस जीवन नूं लग जाने ने विछोड़े करके, वाहिगुरू तो दूर होने करके। खसम विसार किए रस भोग, तां तन उठ खलोए रोग। सच तो दूर होए ना तां नशा लग्या। जे असीं समझिया ना भी नशा साडे लई माड़ा, जे किते समझिया होंदा क्यों होंदा। खसम विसार किए रस भोग,
ਤਾਂ ਤਨ ਉੱਠ ਖਲੋਏ ਰੋਗ, ਸ਼ਰਾਬ ਪੀਣ ਲੱਗੇ ਨਿਰਣੇ ਕਾਲਜੇ ਹੀ ਪੀ ਗਏ। ਲੀਵਰ 'ਚ ਤੇ ਨੁਕਸ ਪੈਣਾ ਹੀ ਹੈ। ਕਿਉਂ ਪਿਆ? ਗਿਆਨ ਸੋਝੀ ਅਸੀਂ ਨਹੀਂ ਸੋਚਿਆ ਵੀ ਸਾਡੇ ਲਈ ਮਾੜੀ ਹੈ ਇਹ ਚੀਜ਼, ਫਿਰ ਰੋਗ ਤੇ ਲੱਗਣਾ ਹੀ। ਕਾਮ ਵਾਸ਼ਨਾਵਾਂ ਵਿੱਚ ਅੰਨਾ ਹੋ ਗਿਆ, ਥਾਂ ਥਾਂ ਤੇ ਰਿਹਾ ਤੂੰ ਭਟਕਦਾ, ਫਿਰ ਕੋਈ ਮਾੜਾ ਰੋਗ ਲੱਗ ਗਿਆ ਜ਼ਿੰਦਗੀ 'ਚ, ਫਿਰ ਕਸੂਰ ਕਿਹਦਾ ਹੋਇਆ? ਕਿਉਂਕਿ ਖਸਮ ਵਿਸਾਰ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਭੁੱਲਿਆ। ਤੂੰ ਜ਼ਿੰਦਗੀ 'ਚ ਔਗਣ ਲੈ ਕੇ ਆਇਆ ਤਾਂ ਤੇਰੇ ਤਨ ਨੂੰ ਰੋਗ ਲੱਗਿਆ। ਕਈ ਰੋਗ ਅਸੀਂ ਆਪ ਸਹੇੜਦੇ ਹਾਂ ਤੇ ਕਈ ਰੋਗ ਅਚਨਚੇਤ ਲੱਗ ਜਾਂਦੇ। ਪਰ ਮਹਾਰਾਜ ਨੇ ਆਖਿਆ ਵੀ ਭਾਈ ਸੁੱਖ ਦੁੱਖ ਦੋਇਦਾਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਇਹ ਦੁੱਖ ਤੇ ਸੁੱਖ ਤਨ ਦੇ ਕੱਪੜੇ ਨੇ, ਪਰ ਆਪਣੇ ਆਪ ਨਾ ਲਾਇਆ ਕਰ, ਆਪਣੇ ਆਪ ਦੁੱਖ ਨਾ ਸਹੇੜਿਆ ਕਰ। ਬਹੁਤੇ ਦੁੱਖ ਤੇਰੇ ਆਪਣੇ ਸਹੇੜੇ ਹੋਏ ਹੁੰਦੇ ਨੇ ਤੇਰੀਆਂ ਗਲਤ ਆਦਤਾਂ ਕਰਕੇ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੈ ਰੋਗ, ਵੇ ਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਵਾਹਿਗੁਰੂ ਤੋਂ ਬੇਮੁਖ ਹੋਇਆ, ਲੱਗਣ ਜਨਮ ਵਿਯੋਗ। ਸਾਰੀ ਜ਼ਿੰਦਗੀ ਵਿਛੋੜੇ 'ਚ ਹੀ ਲੰਘ ਜਾਣੀ ਹੈ, ਜਨਮ ਤੋਂ ਲੈ ਕੇ ਮੌਤ ਤੱਕ ਤੇਰੀ, ਕਿਉਂਕਿ ਵਾਹਿਗੁਰੂ ਤੋਂ ਦੂਰ ਹੋ ਗਿਆ। ਨਿਤਨੇਮ ਦੀ ਬਾਣੀ ਪੜ੍ਹਦੇ ਆ ਨਾ, ਜੇ ਕੋ ਗੁਰ ਤੇ ਬੇਮੁਖ ਹੋਵੇ, ਵਿਣ ਸਤਿਗੁਰ ਮੁਕਤ ਨ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋਂ ਬਵੇ ਕੀਆ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਹੈ ਕਿਤੇ ਹੋਰ ਸਾਧਨ? ਕੋਈ ਸਾਧਨ ਨਹੀਂ ਤੇਰੇ ਕੋਲ। ਜੇ ਮੁਕਤ ਹੋਏਗਾ ਤਾਂ ਗੁਰੂ ਦੇ ਚਰਨਾਂ 'ਚ ਹੀ ਆ ਕੇ ਹੋਏਗਾ, ਬਾਣੀ ਪੜ੍ਹ ਕੇ ਹੋਏਗਾ। ਵਿਕਾਰਾਂ ਤੋਂ ਖਲਾਸੀ ਹੋਰ ਹੋਣੀ ਨਹੀਂ ਕਿਤੇ। ਜਿਉਂਦੇ ਜੀ ਜ਼ਿੰਦਗੀ ਵਿੱਚ ਮੁਕਤ ਹੋ ਕੇ ਜਾਣਾ ਹੈ, ਜਿਉਂਦੇ ਜੀ ਮੁਕਤ ਹੋਣਾ ਹੈ। ਆਤਮਿਕ ਤੌਰ ਤੇ ਬਲਵਾਨ ਹੋਣਾ ਹੈ, ਮੁਕਤ ਹੋਣਾ ਹੈ। ਸਰੀਰਕ ਮੌਤ ਇਹ ਅਟੱਲ ਹੈ, ਆਉਣੀ ਆਉਣੀ ਹੈ। ਪਰ ਆਤਮਿਕ ਮੌਤ ਨਾ ਅਸੀਂ ਕਿਤੇ ਮਰ ਜਾਈਏ, ਗੁਰੂ ਦੇ ਚਰਨਾਂ ਵਿੱਚ ਤਲਲਾ ਕਰਿਆ ਕਰੀਏ। ਸਰੀਰਕ ਮੌਤ ਕੋਈ ਰੋਕ ਨਹੀਂ ਸਕਦਾ। ਆਤਮਿਕ ਮੌਤ ਆ ਜਿਹੜੀ ਤੇਰੀ, ਉਹਨੂੰ ਤੂੰ ਰੋਕ ਸਕਦਾ। ਆਤਮਿਕ ਮੌਤੇ ਤੂੰ ਤਾਂ ਮਰੇਗਾ ਜੇ ਤੇਰੀ ਗਲਤੀ ਹੈ। ਸਰੀਰਕ ਮੌਤ ਨਹੀਂ ਰੁਕਦੀ, ਇਹ 'ਚ ਇੱਕ ਦਿਨ ਆਉਣੀ ਹੀ ਆਉਣੀ। ਆਤਮਿਕ ਤੌਰ ਤੇ ਜਿਹੜੀ ਤੇਰੀ ਮੌਤ ਹੋਈ ਆ ਨਾ, ਤੁਰਦੇ ਫਿਰਦੇ ਬੰਦੇ ਦੀ, ਉਹ ਤੇ ਤੂੰ ਰੋਕ ਸਕਦਾ ਨਾ ਗੁਰੂ ਦੇ ਚਰਨਾਂ 'ਚ। ਆਤਮਿਕ ਮੌਤੇ ਨਾ ਅਸੀਂ ਮਰੀਏ। ਜਿਉਂਦੇ ਜੀ ਮੁਕਤ ਹੋਣਾ। ਮੌਤ ਤੋਂ ਬਾਅਦ ਵਾਲੀ ਮੁਕਤੀ ਤੇ ਦੇਖੀ ਹੀ ਨਹੀਂ ਕਿਸੇ ਨੇ, ਬੰਦਾ ਖਬਰਾਂ ਕਿੱਥੇ ਜਾਂਦਾ। ਬਾਣੀ 'ਚ ਲਿਖਿਆ ਮਹਾਰਾਜ ਨੇ, ਬੇਣੀ ਕਹਿ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਮਰਨ ਤੋਂ ਬਾਅਦ ਵਾਲੀ ਮੁਕਤੀ ਕਿਹਨੇ ਦੇਖਣ ਆਉਣਾ ਹੈ? ਜਿਉਂਦੇ ਜੀ ਸੋਹਣਾ ਜੀਵਨ ਬਣਾਈਏ, ਜਿਉਂਦੇ ਜੀ ਨਿਰਾਲਾ ਜੀਵਨ ਬਣਾਈਏ, ਜਿਉਂਦੇ ਜੀ ਮੁਕਤ ਹੋਈਏ। ਅਸੀਂ ਜਿਉਂਦੇ ਜੀ ਮੁਕਤ ਹੋਣਾ ਹੈ, ਸਤਿਗੁਰਾਂ ਦੇ ਚਰਨਾਂ 'ਚ ਲੱਗ ਕੇ ਹੋਣਾ ਹੈ। ਹੁਣ ਅਸੀਂ ਮੁਕਤ ਹੋਏ ਕਿਉਂ ਨਹੀਂ? ਥੋੜੇ ਦਿਨ ਹੋਏ ਕਰੂਏ ਦਾ ਵਰਤ ਲੱਗਿਆ। ਹਾਂ ਅਸੀਂ ਗੁਰੂ ਦੇ ਸਿੱਖ ਆਉਂਦੇ ਹਾਂ, ਅਸੀਂ 2 ਟਾਈਮ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਹਾਂ, ਪਰ ਆਤਮਿਕ ਤੌਰ ਤੇ ਮੌਤ ਸਾਡੀ ਹੋ ਚੁੱਕੀ ਹੈ ਨਾ। ਫਿਰ ਤੇ ਤੁਰੀਆਂ ਫਿਰਦੇ ਲੋਥਾਂ ਅਸੀਂ ਜਿੱਦਾਂ ਮਰਜ਼ੀ ਤੁਰੇ ਫਿਰੀ ਜਾਈਏ, ਉਹਦਾ ਕੋਈ ਫਰਕ ਨਹੀਂ ਪੈਂਦਾ। ਫਰਕ ਕਿੱਥੇ ਪੈਂਦਾ? ਜਿੱਥੇ ਕੁਐਸਚਨ ਆਨਸਰ ਹੁੰਦਾ, ਫਿਰ ਉੱਥੇ ਫਰਕ ਪੈਂਦਾ। ਜਿਹੜੇ ਆਤਮਿਕ ਤੌਰ ਤੇ ਮਰ ਚੁੱਕੇ ਨੇ, ਉਹ ਕਿਤੇ ਫਿਰੀ ਜਾਣ ਚਾਹੇ ਦੁਨੀਆ 'ਚ, ਕੋਈ ਫਰਕ ਹੀ ਨਹੀਂ ਪੈਂਦਾ। ਵਰਤ ਲੰਘਿਆ ਤੇ ਬਾਣੀ ਕੀ ਕਹਿੰਦੀ ਸੀ? ਛੋੜੈ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਹੁਣ ਦੱਸੋ ਮੇਰੀ ਭੈਣ ਨੇ ਵਰਤ ਰੱਖ ਲਿਆ, ਗੁਰੂ ਸਾਹਿਬ ਤਾਂ ਕਹਿੰਦੇ ਨਾ ਤੂੰ ਸੁਹਾਗਣਾ ਜਾਂ ਨਾ ਰੰਡੀਆਂ 'ਚ ਰਹੀ, ਕਿਸੇ 'ਚ ਵੀ ਨਹੀਂ।
ਸਾਡੇ ਮਨ ਵਿੱਚ ਡਰ ਪੈ ਗਿਆ। ਜਿਹੜੀ ਚੀਜ਼ ਆਪਣੇ ਹੱਥ ਵਿੱਚ ਨਹੀਂ ਅਸੀਂ ਹੱਥ 'ਚ ਲੈਣ ਨੂੰ ਫਿਰਦੇ ਹਾਂ, ਜਿਹੜੀ ਹੱਥ 'ਚ ਆ ਗਵਾਈ ਜਾਂਦੇ ਆ। ਤੇਰਾ ਜੀਵਨ ਹੈ ਤੇਰੇ ਹੱਥ ਵਿੱਚ ਗੁਰਮੁਖਾ, ਉਹਦੇ ਤੂੰ ਗਵਾਈ ਜਾ ਰਿਹਾ। ਜਿਹੜੀ ਹੱਥ 'ਚ ਨਹੀਂ ਚੀਜ਼ ਉਹ ਭਾਲਦੇ ਫਿਰਦੇ ਵੀ ਹੱਥ 'ਚ ਆਜੂ। ਮੌਤ ਤੇਰੇ ਹੱਥ 'ਚ ਹੈ। ਮੇਰੀ ਭੈਣ ਆਪਣੇ ਪਤੀ ਦੀ ਉਮਰ ਵਧਾ ਸਕਦੀ ਹੈ, ਜਿਹੜੀ ਹੱਥ 'ਚ ਹੀ ਹੈ ਨਹੀਂ ਉਹ ਕਿੱਥੋਂ ਇਕੱਠੀ ਕਰ ਲਓਗੇ ਤੁਸੀਂ। ਹੱਥਾਂ ਵਾਲਾ ਤਾਂ ਗਵਾਚ ਰਿਹਾ ਸਾਡਾ ਜੀਵਨ, ਤਾਂ ਸਾਡਾ ਪਲ ਪਲ ਤੇ ਘਟ ਰਹੀ ਹੈ ਸਾਡੀ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਖਾਟ ਚਲੋ ਅਰ ਲਾਹਾ, ਆਗੇ ਵਸਨ ਸੁਹੇਲਾ, ਔਦ ਘਟੈ ਦਿਨਸ ਰਹਿ ਨਾਰੇ, ਮਨ ਗੁਰਮਿਲ ਕਾਜ ਸਵਾਰ। ਇੱਥੇ ਸਵਾਰ ਲੈ ਕਾਰਜ, ਜਿਹੜਾ ਹੱਥ 'ਚ ਨਹੀਂ ਉਹ ਇਕੱਠਾ ਕਰਦੇ ਫਿਰਦੇ ਆ। ਮੌਤ ਕਿਤੇ ਆਪਾਂ ਰੋਕ ਲਾਂਗੇ ਕਿਸੇ ਦੀ ਉਮਰ ਨਹੀਂ ਵਧਾ ਸਕਦੇ। ਫਿਰ ਆਪਾਂ ਜੇ ਵਰਤ ਹੀ ਰੱਖਣਾ ਫਿਰ ਹੋਰ ਕੰਮਾਂ ਦੇ ਕਿਉਂ ਨਹੀਂ ਰੱਖ ਲੈਂਦੇ। ਚੁਗਲੀ ਤੋਂ ਰੱਖ ਲਓ ਵਰਤ, ਨਿੰਦਿਆ ਤੋਂ ਰੱਖ ਲਓ ਵਰਤ, ਨਸ਼ਿਆਂ ਤੋਂ ਰੱਖ ਲਓ ਵਰਤ। ਜਿਹੜੀ ਚੀਜ਼ ਬਿਨਾਂ ਸਰੇ ਹੀ ਨਹੀਂ ਗੁਰਮੁਖੋ, ਉਹਦਾ ਵਰਤ ਕਿਉਂ ਰੱਖਣਾ। ਅੰਨ ਕੰਨਿਓ ਕਿੰਨਾ ਕੁ ਚਿਰ ਸਾਰ ਲਾਂਗੇ, ਉਹਦਾ ਵਰਤ ਨਹੀਂ ਰੱਖਣਾ। ਸਾਡੇ ਮਨ 'ਚ ਭਰਮ ਪੈ ਗਿਆ, ਜਿਹੜੀ ਚੀਜ਼ ਸਾਡੇ ਹੱਥ ਵਿੱਚ ਨਹੀਂ ਅਸੀਂ ਹੱਥ 'ਚ ਲੈਣ ਨੂੰ ਫਿਰਦੇ ਆ। ਜਪਜੀ ਸਾਹਿਬ ਤੇ ਰੋਜ਼ ਹੀ ਪੜ੍ਹਦੇ ਹੋਵੋਗੇ ਨਾ, ਆਖਣ ਜ਼ੋਰ ਚੁੱਪੈ ਨਹਿ ਜ਼ੋਰ, ਜ਼ੋਰ ਨਾ ਜੀਵਨ ਮਰਨ ਨਹਿ ਜ਼ੋਰ, ਜ਼ੋਰ ਨਾ ਮੰਗਣ ਦੇ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਨਹਿ ਜ਼ੋਰ। ਤੂੰ ਤੇ ਬੋਲ ਵੀ ਨਹੀਂ ਸਕਦਾ ਆਪਣੀ ਮਰਜ਼ੀ ਨਾਲ, ਚੁੱਪ ਵੀ ਨਹੀਂ ਕਰ ਸਕਦਾ। ਕਈ ਬੋਲੀ ਹੀ ਜਾਂਦੇ ਆ, ਬੋਲੀ ਜਾਂਦੇ ਆ, ਕਈਆਂ ਨੂੰ ਮੈਂਟਲੀ ਅਪਸੈਟ ਹੋ ਜਾਂਦੇ ਆ। ਤੇਰੇ ਹੱਥ ਥੋੜਾ, ਜ਼ੋਰ ਨਾ ਮੰਗਣ ਦੇ ਨਾ ਜ਼ੋਰ, ਮੰਗ ਵੀ ਨਹੀਂ ਸਕਦਾ ਦੇ ਵੀ ਨਹੀਂ ਸਕਦਾ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਇਹ ਜ਼ੋਰ ਜਦ ਪੜ੍ਹਨਾ ਜੱਜੇ ਨੂੰ ਬਿੰਦੀ ਲਾ ਕੇ ਪੜ੍ਹਨਾ, ਇਹ ਜ਼ੋਰ ਨਹੀਂ ਪੜ੍ਹਨਾ। ਜ਼ੋਰ ਦਾ ਮਤਲਬ ਹੁੰਦਾ ਜੋੜਨਾ, ਕੋਈ ਜਨ ਹਰਸ਼ੋਂ ਦੇਵੈ ਜ਼ੋਰ। ਜਿਹੜਾ ਜਪਜੀ ਸਾਹਿਬ ਦੇ ਵਿੱਚ ਜ਼ੋਰ ਹੈ, ਜੱਜੇ ਦੇ ਪੈਰ 'ਚ ਬਿੰਦੀ ਲਾ ਕੇ ਜ਼ੋਰ, ਜ਼ੋਰ ਹੁੰਦੀ ਆ ਤਾਕਤ। ਜ਼ੋਰ ਹੁੰਦਾ ਜੋੜਨਾ, ਜੇ ਬਿਨਾਂ ਬਿੰਦੀ ਤੋਂ ਪੜਾਂਗੇ। ਸਾਡੇ ਮਨ 'ਚ ਭਰਮ ਹੈ, ਜਿਹੜੀ ਚੀਜ਼ ਸਾਡੇ ਹੱਥ ਵਿੱਚ ਨਹੀਂ ਅਸੀਂ ਹੱਥ 'ਚ ਲੈਣ ਨੂੰ ਫਿਰਦੇ। ਫਿਰ ਸਾਡੇ ਬੱਚਿਆਂ ਦਾ ਪੰਜ ਕਣਾਂ ਦਾ ਜਨਮ ਆ ਜੀ, ਇਹਦਾ ਗੰਡ ਮੂਲ ਦਾ ਜਨਮ ਆ ਜੀ, ਇਹਦਾ ਆਹ ਦਿਨ ਦਾ ਜਨਮ ਆ ਜੀ। ਫਿਰ ਸਾਡਾ ਬੱਚਾ ਜੀ ਮੰਗਲੀਕ ਹੈ। ਅਸੀਂ ਆਤਮਿਕ ਤੌਰ ਤੇ ਮੁਕਤ ਹੋਏ ਨਹੀਂ, ਸਾਡੀ ਆਤਮਿਕ ਤੌਰ ਤੇ ਮੌਤ ਹੋ ਚੁੱਕੀ ਹੈ। ਇਹ ਅਸੀਂ ਬਚਾਉਣੀ ਹੈ ਵੀ ਆਤਮਿਕ ਤੌਰ ਤੇ ਸਾਡੀ ਮੌਤ ਨਾ ਹੋਵੇ, ਆਤਮਿਕ ਤੌਰ ਤੇ ਸਾਡੀ ਮੌਤ ਨਾ ਹੋਵੇ। ਸਾਡੇ ਲਈ ਸਾਰੇ ਦਿਨ ਚੰਗੇ ਨੇ, ਸਾਡੇ ਲਈ ਸਾਰੇ ਮਹੀਨੇ ਚੰਗੇ ਨੇ। ਬੱਚੇ ਦਾ ਜਦੋਂ ਮਰਜ਼ੀ ਜਨਮ ਹੋ ਗਿਆ, ਕੋਈ ਸਾਡੇ ਲਈ ਗੰਡ ਮੂਲ ਨਹੀਂ, ਕੋਈ ਸਾਡੇ ਲਈ ਪੰਜ ਕਣਾ ਨਹੀਂ, ਕੋਈ ਸਾਡੇ ਲਈ ਮੰਗਲੀਕ ਨਹੀਂ। ਦੁੱਖ ਹੁੰਦਾ ਹੈ ਜਦੋਂ ਗੁਰੂ ਦੇ ਸਿੱਖਾਂ ਤੋਂ ਅਸੀਂ ਸੁਣਦੇ ਹਾਂ, ਸੰਗਤ ਵਿੱਚ ਸੁਣਦੇ ਹਾਂ ਵੀ 20,000 ਰੁਪਇਆ ਪੰਡਤ ਨੇ ਲੈ ਲਿਆ, ਮੈਂ ਉਪਾਅ ਕਰਤਾ, ਤੁਹਾਡਾ ਬੱਚਾ ਮੰਗਲੀਕ ਸੀ। ਕੀ ਕਰ ਸਕਦਾ ਹੁਣ? ਤੇ ਆਪਦਾ ਨਹੀਂ ਪਤਾ ਸਵੇਰ ਨੂੰ ਰਹਿਣਾ ਨਹੀਂ ਰਹਿਣਾ। ਆਤਮਿਕ ਤੌਰ ਤੇ ਬਲਵਾਨ ਹੋਣਾ ਹੈ। ਆਤਮਿਕ ਮੌਤ ਨਾ ਮਰੀਏ ਅਸੀਂ, ਸਰੀਰਕ ਮੌਤ ਤੇ ਆਈ ਜਾਣੀ। ਇਹ ਤੇ ਰੁਕਣੀ ਨਹੀਂ, ਇਹ ਤੇ ਆਏਗੀ ਆਏ। ਪਰ ਆਤਮਿਕ ਤੌਰ ਤੇ ਅਸੀਂ ਬਲਵਾਨ ਹੋਣਾ, ਉਹ ਕਿਵੇਂ ਹੋਵਾਂਗੇ? ਉਹ ਤੇ ਗੁਰੂ ਕੋਲ ਆ ਕੇ ਹੋ ਸਕਦੇ ਆ। ਸਤਿਗੁਰਾਂ ਦੇ ਚਰਨਾਂ 'ਚ ਆਉਂਦੇ ਹੋ, ਪ੍ਰਣ ਕਰਕੇ ਜਾਇਆ ਕਰੋ, ਦਾਤਾ ਜੀ ਤੇਰੀਆਂ ਸਿੱਖਿਆਵਾਂ ਨੂੰ ਜ਼ਿੰਦਗੀ 'ਚ ਲਾਗੂ ਕਰਾਂਗੇ। ਲੁਧਿਆਣੇ ਰੌਲਾ ਪਿਆ ਸੀ, ਥੋੜ੍ਹੇ ਦਿਨ ਹੋਏ, ਬਾਬਾ ਨਾਨਕ ਜੀ ਬਾਰੇ ਅਨਿਲ ਅਰੋੜਾ ਕੋਈ, ਉਹਨੇ ਬੜੀ ਭੱਦੀ ਸ਼ਬਦਾਵਲੀ ਵਰਤੀ, ਨਹੀਂ ਵਰਤਣੀ ਚਾਹੀਦੀ ਸੀ ਪਰ ਵਰਤੀ ਗਈ। ਹੁਣ ਸਾਡੀ ਗੱਲ ਕਿੱਥੇ ਖੜੀ ਹੈ? ਅਸੀਂ ਕਹਿੰਦੇ ਹਾਂ ਅਸੀਂ ਸਿੱਖ ਹਾਂ, ਹਿੰਦੂ ਨਹੀਂ। ਇੱਕ ਕਮਿਊਨਿਟੀ ਸਾਨੂੰ ਹਿੰਦੂ ਮੰਨ ਰਹੀ ਹੈ, ਪਰ ਸਾਡੇ ਕੰਮ ਵੀ ਅਲੱਗ ਨਹੀਂ ਹੋਏ ਹਜੇ ਤੱਕ। ਸਾਡੇ 'ਚ ਵੱਖਰਾ ਵੀ ਕੁਝ ਨਹੀਂ ਹੋਇਆ। ਜੇ ਅਸੀਂ ਕੌਮ ਵੱਖਰੀ ਮੰਗਦੇ ਹਾਂ ਤੇ ਵੱਖਰਾ ਵੀ ਕੁਝ ਨਹੀਂ ਹੋਇਆ ਭਾਈ। ਸਾਡਾ ਤੇ ਸਾਰਾ ਕੁਝ ਉਹੀ ਚੱਲਦਾ। ਮੌਤ ਹੁੰਦੀ ਹੈ ਫੁੱਲਾਂ ਦਾ, ਉਹ ਵੀ ਦਿਨ ਅਸੀਂ ਪੁੱਛ ਕੇ ਰੱਖਣਾ। ਭੋਗ ਹੈ, ਉਹ ਵੀ ਦਿਨ ਅਸੀਂ ਪੁੱਛ ਕੇ ਰੱਖਣਾ। ਕਿਹੜਾ ਦਿਨ ਹੈ ਜਿਹੜਾ ਅਸੀਂ ਆਪਣੀ ਮਰਜ਼ੀ ਨਾਲ ਕੰਮ ਕਰਦੇ ਹੋਈਏ, ਕਿਤੇ ਗੁਰੂ ਦੀ ਸੋਚ ਦੇ ਨਾਲ ਸਾਡੀ ਸੋਚ ਰਲਦੀ ਹੋਵੇ ਤੇ ਅਸੀਂ ਵੱਖਰੇ ਹੋਈਏ। ਆਤਮਿਕ ਤੌਰ ਤੇ ਬਲਵਾਨ ਹੋਵੋ ਗੁਰਮੁਖੋ।
ਮਜ਼ਬੂਤ ਹੋਵੋ ਆਤਮਿਕ ਤੌਰ ਤੇ, ਕੋਈ ਡਰ ਨਹੀਂ ਤੁਹਾਡੇ ਲਵੇ ਆਏਗਾ। ਸੋਝੀ ਲਵੋ ਗੁਰੂ ਕੋਲੋਂ, ਸੋਝੀ ਲੈ ਕੇ ਜੀਵਨ ਜਿਉਈਏ। ਵਿਆਹਾਂ ਦਾ ਸਮਾਂ ਹੈ ਹੁਣ, ਪੈਲਸ ਮਹਿੰਗਾ, ਹਲਵਾਈ ਮਹਿੰਗਾ, ਗੱਡੀਆਂ ਮਹਿੰਗੀਆਂ, ਕੈਮਰੇ ਵਾਲੇ ਭਾਈ ਮਹਿੰਗੇ। ਕਿਉਂ ਹੋ ਗਿਆ? ਸਾਰਾ ਕੁਝ ਇੱਕੋ ਹੀ ਵਾਰ ਸਾਰਿਆਂ ਦੇ ਵਿਆਹ ਕੱਢਦੇ। ਸਾਡੇ 'ਚ ਇੰਨੀ ਵੀ ਪਾਵਰ ਨਹੀਂ ਅਸੀਂ ਆਪਣੇ ਬੱਚੇ ਦਾ ਵਿਆਹ ਆਪਣੀ ਮਰਜ਼ੀ ਨਾਲ ਰੱਖ ਸਕੀਏ। ਕਿਉਂ? ਡਰ ਹੈ ਪਿੱਛੇ ਵੀ ਦੋ ਪਰਿਵਾਰਾਂ ਦਾ ਸੰਯੋਗ ਹੋਣਾ, ਕਿਤੇ ਵਿਯੋਗ ਨਾ ਹੋ ਜੇ। ਹੱਥ 'ਚ ਹੈ ਨਹੀਂ ਸਾਡੇ, ਨਾ ਸੰਯੋਗ ਹੱਥ ਵਿੱਚ ਆ, ਨਾ ਵਿਯੋਗ ਹੱਥ ਵਿੱਚ ਆ। ਦੋਨੇ ਚੀਜ਼ਾਂ ਹੱਥ ਵਿੱਚ ਨਹੀਂ, ਦੋਨੇ ਅਸੀਂ ਲੈਣ ਨੂੰ ਫਿਰਦੇ ਆ। ਉਹ ਗੁਰੂ ਦੇ ਚਰਨਾਂ ਵਿੱਚ ਆਇਆ ਕਰੀਏ, ਇੱਥੇ ਕਰੋ ਅਰਦਾਸ, ਬਾਣੀ ਪੜ੍ਹੋ, ਬਾਣੀ ਪੜ੍ਹ ਕੇ ਜਿਹੜਾ ਮਰਜ਼ੀ ਕੰਮ ਕਰੋ ਮੁੱਖ ਭਾਗ ਲੈ ਕੇ। ਜਿੰਨਾ ਚਿਰ ਤੁਹਾਡੇ ਅੰਦਰ ਭਰਮ ਹੈ ਨਾ, ਧਰਮ ਨਹੀਂ ਵਸਣਾ। ਧਰਮ ਉਦੋਂ ਵਸੇਗਾ ਜਦ ਭਰਮ ਨਿਕਲ ਗਿਆ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨਿਆ ਹੋਏ ਨਾ ਤੈਸਾ। ਉਹ ਜਿਹੋ ਜਿਹਾ ਸਮਝੀ ਬੈਠੇ ਹੋ, ਭਰਮ ਤੋਂ ਬੁਝਾਉਂਦੇ ਹੀ ਨਹੀਂ। ਆਤਮਿਕ ਤੌਰ ਤੇ ਬਲਵਾਨ ਹੋਣਾ ਅਸੀਂ, ਆਤਮਿਕ ਤੌਰ ਤੇ ਸਾਡੀ ਮੌਤ ਨਾ ਹੋ ਜੇ ਕਿਤੇ। ਵਿਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਕਰ ਲਾ ਫਿਰ ਕਮਾਈ, ਪਏ ਹੀ ਰਹਿ ਗਏ ਪੈਸੇ। ਡਾਕਟਰਾਂ ਨੇ ਜਵਾਬ ਦਿੱਤਾ ਵੀ ਇਲਾਜ ਨਹੀਂ ਹੋ ਸਕਦਾ, ਪੈ ਰਹਿ ਗਏ। ਫਿਰ ਆਪਣੇ ਤਾਂ ਕਿਸੇ ਕੰਮ ਨਾ ਆਏ। ਪਰ ਇੱਥੇ ਇਹ ਵੀ ਨਹੀਂ ਵੀ ਅਸੀਂ ਕੰਮ ਨਹੀਂ ਕਰਨਾ, ਅਸੀਂ ਪੈਸਾ ਨਹੀਂ ਕਮਾਉਣਾ। ਪੈਸਾ ਵੀ ਕਮਾਉਣਾ ਹੈ, ਘਰ-ਬਾਰ ਵੀ ਚਲਾਉਣਾ, ਬੱਚੇ ਵੀ ਸਾਂਭਣੇ ਆ, ਪਰ ਸਾਡਾ ਤਰੀਕਾ ਸਹੀ ਹੋਣਾ ਚਾਹੀਦਾ। ਉਹ ਬਚਿਆ ਹੋਇਆ ਸਾਡੀ ਕਮਾਈ ਸਾਨੂੰ ਕੌੜਾ ਲੱਗੇ ਨਾ। ਉਹ ਤਾਂ ਲੱਗਦੀ ਆ ਜਦ ਅਸੀਂ ਇੱਧਰੋਂ ਉੱਧਰੋਂ ਤਰੀਕਿਆਂ ਨਾਲ ਇਕੱਠੀ ਕਰਦੇ ਆ ਨਾ ਮਾਇਆ, ਫਿਰ ਅਖੀਰ ਸਮੇਂ ਸਾਡੇ ਕੰਮ ਨਹੀਂ ਆਉਂਦੀ। ਫਿਰ ਜਿੰਦ ਨਮਾਣੀ ਕੱਢੀ ਹੈ, ਹੱਡਾਂ ਕੋ ਕੜਕਾਏ, ਉੱਥੇ ਫਿਰ ਸਾਨੂੰ ਲੱਗਦਾ ਵੀ ਮੈਂ ਤਾਂ ਐਵੇਂ ਹੀ ਕੀਤਾ, ਇਹ ਕੰਮ ਨਹੀਂ ਕਰਨਾ ਚਾਹੀਦਾ ਸੀ, ਇਹ ਤਾਂ ਮੇਰੇ ਕੰਮ ਹੀ ਨਹੀਂ ਆਇਆ। 2 ਨੰਬਰ ਦਾ ਪੈਸਾ ਪਿਆ ਹੀ ਰਹਿ ਗਿਆ। ਡਾਕਟਰ ਕਹਿੰਦੇ ਇਲਾਜ ਹੀ ਨਹੀਂ ਹੋ ਸਕਦਾ। ਖਿਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਇਹ ਫਿਰ ਪਈ ਹੀ ਰਹਿ ਜਾਂਦੇ ਨੇ। ਕਿਰਤ ਵੀ ਜੇ ਕਰਨੀ ਆ ਨਾ, ਕਿਰਤ ਉਹ ਵੀ ਤੇਰੀ ਸੱਚੀ ਸੁੱਚੀ ਹੋਣੀ ਚਾਹੀਦੀ ਹੈ, ਤੇਰੀ ਕਿਰਤ ਵੀ ਮੈਲੀ ਨਾ ਹੋਵੇ। ਪੈਸਾ ਕਮਾ ਕੋਈ ਗੱਲ ਨਹੀਂ, ਕੋਈ ਬੰਦਾ 1 ਕਿੱਲੇ ਦੀ ਖੇਤੀ ਕਰਦਾ, ਜੇ 3 ਕਿੱਲਿਆਂ ਦੀ ਠੇਕੇ ਤੇ ਲੈ ਕੇ ਕਰ ਲਈ ਕੋਈ ਮਾੜੀ ਗੱਲ ਨਹੀਂ। ਉਹਨੇ ਆਪਣੀ ਆਮਦਨ ਵਿੱਚ ਵਾਧਾ ਕਰ ਲਿਆ, ਕੋਈ ਮਾੜਾ ਨਹੀਂ। ਜੇ 3 ਕਿੱਲੇ ਠੇਕੇ ਤੇ ਲਏ ਨੇ, ਬੀਜਣ ਵਾਲਿਆਂ ਨੂੰ 2.5 ਦੱਸਦਾ, ਫਿਰ ਉਹ ਮਾੜਾ ਹੈ। ਉੱਥੇ ਤੂੰ ਮਾੜਾ ਹੈ, ਉੱਥੇ ਗਲਤ ਹੈ। ਉਹੀ ਕਮਾਈ ਤੇਰੇ ਲਈ ਗਲਤ ਹੈ, ਉਹੀ ਤੇਰੇ ਪਛਤਾਵੇ ਦਾ ਕਾਰਨ ਬਣਦੀ ਹੈ। ਇਹ ਨਹੀਂ ਕਰਨਾ। ਪੈਸਾ ਜਿੰਨਾ ਮਰਜ਼ੀ ਕਮਾ, ਬਿਜ਼ਨਸ ਜਿੱਡਾ ਮਰਜ਼ੀ ਤੋਰ ਲੈ ਤੂੰ, ਪਰ ਤੇਰੀ ਕਿਰਤ ਸ਼ੁੱਧ ਹੋਣੀ ਚਾਹੀਦੀ ਹੈ। ਕੋਈ ਗੱਲ ਨਹੀਂ, ਅਮੀਰ ਵੀ ਹੋਣਾ ਹੈ। ਜੇ ਅੱਜ ਅਮੀਰ ਨਾ ਹੁੰਦੇ ਤੇ ਧਰਨੇ ਤੇ ਪੈਸਾ ਕਿੱਥੋਂ ਆਉਂਦਾ? ਜੇ ਸਾਡੇ ਸਿੱਖ ਨਾ ਅਮੀਰ ਹੁੰਦੇ, ਧਰਨਾ ਚੱਲ ਜਾਂਦਾ। ਅਮੀਰ ਵੀ ਹੋਣਾ ਹੈ, ਬਿਜ਼ਨਸ ਵੀ ਚਲਾਉਣੇ ਹੈ, ਆਤਮਿਕ ਤੌਰ ਤੇ ਬਲਵਾਨ ਵੀ ਰਹਿਣਾ ਹੈ, ਸੋਝੀ ਵੀ ਹੋਵੇ ਸਾਡੇ ਕੋਲੇ। ਪਰ ਸਾਡਾ ਪੈਸਾ ਕਮਾਉਣ ਦਾ ਢੰਗ ਤਰੀਕਾ ਜੋ ਬਾਬੇ ਨਾਨਕ ਨੇ ਦੱਸਿਆ, ਉਹੋ ਜਿਹੇ ਢੰਗ ਦਾ ਹੋਵੇ। ਖਿਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ, ਨਹੀਂ ਤੇ ਫਿਰ ਪੈ ਹੀ ਰਹਿ ਜਾਂਦੇ ਨੇ। ਫਿਰ ਸਾਨੂੰ ਉੱਪਰੇ ਲੱਗਦੇ, ਉਹ ਸਾਡਾ ਹੱਥਾਂ ਦਾ ਕਮਾਇਆ ਹੋਇਆ ਪੈਸਾ ਐਂ ਲੱਗਦਾ ਸਾਡੇ ਕਿਸੇ ਕੰਮ ਨਹੀਂ ਆਇਆ। ਪਰ ਜੇ ਤੇਰੀ ਹੱਥਾਂ ਦੀ ਮਿਹਨਤ ਆ ਨਾ, ਕਿਰਤ ਹੈ, ਫਿਰ ਤੈਨੂੰ ਉਹ ਪਛਤਾਵਾ ਨਹੀਂ। ਫਿਰ ਤੂੰ ਬੱਚਿਆਂ ਨੂੰ ਸਿੱਖਿਆ ਦੇ ਕੇ ਜਾਏਗਾ, ਪੁੱਤ ਵੇ ਮੈਂ ਤੇ ਚਲਿਆ ਜਾਣਾ, ਪਰ ਦੇਖੀ ਕਿਤੇ ਕਿਸੇ ਨਾਲ ਠੱਗੀ ਮਾਰ ਲਵੇਂ, ਕਿਸੇ ਨਾਲ ਹੇਰਾ ਫੇਰੀ ਕਰ ਲਵੇਂ, ਪੁੱਤ ਵੇ ਨਾ। ਫਿਰ ਤੂੰ ਕਹਿ ਕੇ ਜਾਏਗਾ। ਇਸ ਲਈ ਖਿਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੈ ਜਿਹੜਾ ਦੁੱਖ ਵਿਛੋੜੇ ਦਾ ਪੈ ਗਿਆ, ਗੁਰੂ ਤੋਂ ਟੁੱਟ ਕੇ ਜਿਹੜਾ ਤੇਰਾ ਹਾਲ ਹੋਇਆ, ਇੱਥੇ ਫਿਰ ਵਿਚੋਲਾ ਵੀ ਕੋਈ ਨਹੀਂ ਕੰਮ ਕਰਦਾ। ਕੋਈ ਨਹੀਂ ਕੰਮ ਕਰਦਾ ਇੱਥੇ। ਵਿੱਚ ਨਾ ਕੋਈ ਕਰ ਸਕੈ ਕਿਸਤੇ ਰੋਵਾ ਰੋਜ਼। ਕਿੱਥੇ ਰੋਵੇਗਾ ਤੂੰ ਰੋਜ਼ ਜਾ ਕੇ? ਕਿਉਂਕਿ ਰੋਜ਼ ਜਦੋਂ ਸੱਚ ਤੋਂ ਦੂਰ ਹੋ ਗਿਆ, ਤੂੰ ਰੋਜ਼ ਤੇਰੇ ਅੰਦਰ ਕੋਈ ਇਦਾਂ ਦਾ ਬਲਬਲਾ ਪੈਦਾ ਹੋਣਾ, ਤੂੰ ਕੋਈ ਬੁਲਾ ਛੇੜੇਗਾ।
कोई गलत काम करेगा, कौन तेनों कित्थे कित्थे छडाउंदा फिरेगा। चंदन का फल चंदन वास, मानस का फल घट में सास। चेता रखी, चंदन उन्ना चिर ही चंदन है जिन्ना चिर उस वासना आउंदी है। मानस उन्ना चिर है जिन्ना चिर साह चलते हैं। मानस का फल घट में सास, सास गया काया ढल पाए। साह गए काया खत्म। उदों बाद दवाई भी नहीं लंघती कोई, ताकि पाछे कोई ना खाए। दवाई भी अंदर नहीं जाती, फिर इलाज की होना। ये उन्ना चिर ही मानस है, साह चलता है, साह निकल गया काम खत्म है, फिर दवाई भी अंदर नहीं जाती, इलाज नहीं फिर होगा। किहदे कोल जाएगा, कित्थे जाके रोएगा। कर्म कांड करी जाता बंदा, करी जाता भी शायद कर्म कांडा नाल देह पवित्र हो जाएगी। कोट कर्म कर दे न सोधा, साध संगत मह मन प्रबोधा। ये मन उदों ठीक होएगा जदों साध संगत गुरु की संगत विच आ जाएगा। उन्ना चिर ये मन नहीं ठीक होना, ये मन भटकना विच रहेगा तेरा। बाकी कर्म कांड जिन्ने मर्जी कर ली, ये कर्म कांड तेरे किसी काम नहीं आने। महाराज कहते कर्म कांड जिहड़े करेगा तैनूं गलत रस्ते ते लेके जाणगे, पर जदों गुरु की संगत विच आ गया तो मन साफ हो जाएगा तेरा, ज्ञानवाज हो जाएगा, सोझी हो जाएगी तेरे पल्ले। जदों गुरु की मत लै ली, जिन्ना चिर अपनी मत नाल चलदा है उन्ना चिर हो सकता है कर्म कांडां 'च फसिया कित्थे कित्थे तू फिरी जावें तुरिया, क्योंकि ज्ञान तो गुरु ने देना सी। होर तो किते कोई सहारा है नहीं, होर तो कोई हल है नहीं सी। वो मत गुरु कोलों लई नहीं। आत्मक तौर पर असी अपना जिहड़ी शुद्ध बुद्ध है गवा बैठे हैं। वो जिहड़ियां चीज़ां सानूं प्राप्त नहीं हो सकदियां, असीं प्राप्ति लई फिरदे हैं, जिहड़ियां हत्थ विच ने असीं गवाई जा रहे हैं। पर यह हुंदा क्यों आ? महाराज कहते कीता किचू ना होवई, लिखिया धुर संजोग। किहड़ा धुर दा संजोग है जिहदे करके काम हो रहा अगे दी अगे। कीता किचू ना होवे, लिखिया धुर संजोग। किहड़े धुर तो भाई? जो जो कर्म कियो लालच लग, तेह तेह आप बंधायो। जन्म तो लैके जदों तो तैनूं सोझी होगी, जो जो तू कर्म करदा जा रहा है वो कर्मां ने तैनूं छडाउणा है, कर्मां ने तैनूं बन्नणा। लिखिया धुर संजोग, धुर भाव जन्म तो। चंगी सिक्ख्या लै ली, चंगे कर्म करने शुरू कर दिते, जीवन पੱਧਰ सोहना होवेगा। माड़ी संगत विच पै गया, माड़े कर्म शुरू करते तो जीवन हंस वर्गा नरक बन जाएगा। नरक बन जाएगा वही जीवन। बस आही ने पूर्वले तेरे। अज तो 5 मिनट पहला, अज हुण तो 1 सेकंड पहला सोचा तेरा पूर्वला कर्म है। पिछले जन्मां दे कर्मां नूं ना रोईए, वो तो पता ही नहीं, पर जिहड़ा हुण पूर्वला हो गया 1 सेकंड पहला, वो किहो जिहा सी तेरा। वो 1 सेकंड पहला होए काम ने तेरे मूहरले सेकंड नूं सुधारना है। वो सोच के कर। कीता किचू ना होवे, लिखिया धुर संजोग। तू की करदा आ रहा है शुरू तो लैके बुढ़ापे तक का तेरा जीवन किदां दा गुजरिया। इसलिए कर्म करन तो पहला सोच लै। महाराज कहते तेरे कर्मां ने तैनूं पंध ते तोरना, तेरे कर्मां ने तैनूं अगे तोरना। इन्हीं मिलाप ते विछोड़ा करवाना तेरा।
ਜੀਵਨ ਵਿੱਚ ਕਰਮ ਕਰਨ ਲੱਗੇ ਸੋਚਿਆ ਕਰੀਏ ਸਾਡਾ ਕੀਤਾ ਹੋਇਆ ਕਰਮ ਕਿੱਦਾਂ ਦਾ। ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ। ਵਾਹਿਗੁਰੂ ਮਿਲ ਜੇ ਕਿਤੇ, ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਹੋ ਜੇ, ਬਾਣੀ ਪੜ੍ਹ ਲਈਏ ਅਸੀਂ ਕਿਤੇ, ਗੁਰਬਾਣੀ ਰਾਹੀਂ ਸਾਨੂੰ ਗਿਆਨ ਤੇ ਸੋਝੀ ਮਿਲ ਜੇ ਤਾਂ ਉਤਰੇ ਸਭ ਵਿਯੋਗ। ਸਾਰੇ ਹੱਲ ਹੋ ਜਾਣਗੇ। ਮਹਾਰਾਜ ਕਹਿੰਦੇ ਮਸਲੇ ਗੁਰੂ ਦੇ ਲੜ ਲੱਗ ਜਾ ਕੇ ਬਾਣੀ ਪੜ੍ਹਦਾ ਤਾਂ ਉਤਰੇ ਸਭ ਵਿਯੋਗ। ਵਿਯੋਗ ਹੁੰਦੇ ਆ ਵਿਛੋੜੇ ਝੋਰੇ, ਸਭ ਖਤਮ ਹੋ ਜਾਣਗੇ। ਮਹਾਰਾਜ ਕਹਿੰਦੇ ਹੋ ਜਾਣਗੇ। ਹੋਣਗੇ ਤਾਂ ਜੇ ਗੁਰਮਤਿ ਦੀ ਸੋਝੀ ਹੋਵੇ। ਜੇ ਅਸੀਂ ਆਤਮਿਕ ਤੌਰ ਤੇ ਮਜ਼ਬੂਤ ਹੀ ਨਾ ਹੋਏ ਫਿਰ ਤੇ ਜੀਵਨ ਉਲਝਣ ਤਾਣੀ ਵਿੱਚ ਰਹਿਣਾ ਹੀ ਹੈ ਗੁਰੂ। ਫਿਰ ਤੇ ਅੱਜ ਪੂਰਨਮਾਸ਼ੀ ਹੈ, ਅੱਜ ਮੱਸਿਆ ਹੈ, ਅੱਜ ਸੰਗਰਾਂਦ ਹੈ, ਅੱਜ ਦਸਵੀਂ ਹੈ, ਅੱਜ ਆਹ ਦਿਨ ਚੰਗਾ ਹੈ, ਅੱਜ ਆਹ ਦਿਨ ਮਾੜਾ। ਫਿਰ ਤੇ ਚੱਲਣਾ ਇਹ ਕੰਮ ਸਾਡਾ, ਸਾਡੀ ਮਰਜ਼ੀ ਕੋਈ ਨਹੀਂ। ਉਹ ਅਸੀਂ ਇਨਸਾਨ ਆ, ਸਾਡੀ ਮਰਜ਼ੀ ਕੋਈ ਨਹੀਂ। ਅਸੀਂ ਕੰਮ ਕੋਈ ਨਹੀਂ ਕਰ ਸਕਦੇ ਆਪਣੀ ਮਰਜ਼ੀ ਨਾਲ। ਨਹੀਂ, ਅੱਜ ਦੀ ਪੂਰਨਮਾਸ਼ੀ, ਅੱਜ ਇਹ ਕੰਮ ਚੰਗਾ ਹੈ, ਅੱਜ ਮੱਸਿਆ। ਬਾਣੀ ਚੋਂ ਪੜ੍ਹੋ, ਸਤਿਗੁਰੂ ਜੀ ਸਾਨੂੰ ਕਿੱਡਾ ਪਿਆਰਾ ਸੰਦੇਸ਼ ਦਿੰਦੇ ਆ, ਪਰ ਅਸੀਂ ਇੱਥੇ ਹੀ ਛੱਡ ਜਾਂਦੇ ਹਾਂ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ, ਤੀਰਥ 10 ਪੁਰਬ ਸਦਾ ਦਸੇ ਪੁਰਬ। ਵਿੱਚੀ ਮੱਸਿਆ, ਵਿੱਚੀ ਪੂਰਨਮਾਸੀ, ਵਿੱਚੀ ਸੰਗਰਾਂਦ, ਵਿੱਚੀ ਚਾਨਣਾ ਐਤਵਾਰ, ਵਿੱਚੀ ਛੁੱਟੀਆਂ, 2 ਅਸ਼ਟਮੀਆਂ, 2 14। ਸਭ ਕੁਝ ਤੇਰੇ ਲਈ ਕੀ ਹੈ? ਤੀਰਥ ਕੀ ਹੈ? ਗੁਰੂ ਦਾ ਗਿਆਨ ਹੈ। ਹੁਣ ਇਦੋਂ ਪਿੱਛੇ ਕੀ ਰਹਿ ਗਿਆ? ਜਦ ਹੁਣ ਮੇਰੇ ਵਰਗਾ ਤੇ ਕੀ ਸਮਝਾ ਸਕਦਾ ਹੈ, ਪਰ ਗੁਰੂ ਦੀ ਸਮਝਾਈ ਹੋਈ ਗੱਲ ਹੀ ਨਹੀਂ ਅਸੀਂ ਸਮਝੇ। ਸਾਰੀ ਦਿਨ ਚੰਗਿਆ ਗੁਰਮੁਖਾ, ਜਦੋਂ ਤੇਰਾ ਦਿਲ ਕਰਦਾ ਉਦੋਂ ਕੰਮ ਕਰ ਲਿਆ ਕਰ। ਬਸ ਜਦੋਂ ਤੇਰਾ ਦਿਲ ਕਰਦਾ ਉਦੋਂ ਕਰ ਲੈ। ਪਰ ਜੇ ਤੂੰ ਇਨਸਾਨ ਹੋ ਕੇ ਦਿਨ ਪੁੱਛਦਾ ਫਿਰਦਾ ਫਿਰ ਤੂੰ ਇਨਸਾਨ ਨਹੀਂ। ਤੇਰੀ ਚੱਲਦੀ ਨਹੀਂ ਆਪਣੇ ਆਪ ਤੇ, ਹੋਰ ਕਿੱਥੇ ਚਲਾਏਗਾ? ਤੇਰੀ ਆਪਣੇ ਆਪ ਤੇ ਨਹੀਂ ਚੱਲਦੀ, ਆਪਣੇ ਸਰੀਰ ਤੇ ਨਹੀਂ ਚੱਲਦੀ, ਕਿੱਥੇ ਚਲਾਏਗਾ ਹੋਰ? ਤੂੰ ਤੇ ਪੁੱਛੇ ਬਿਨਾਂ ਡਿੱਗ ਨਹੀਂ ਪੜ ਸਕਦਾ ਕਿਤੇ। ਜੋ ਜੋ ਤੂੰ ਕਰਦਾ ਹੈ ਤੂੰ ਆਪ ਹੀ ਕਰ ਰਿਹਾ। ਚੇਤਾ ਰੱਖੀ, ਕੀਤਾ ਕਿਛੂ ਨਾ ਹੋ ਬਈ, ਲਿਖਿਆ ਧੁਰ ਸੰਜੋਗ। ਤੂੰ ਕੀ ਕਰ ਰਿਹਾ ਸੀ ਪਹਿਲਾਂ ਤੇ ਹੁਣ ਕਿੱਥੇ ਕੁ ਪਹੁੰਚਿਆ? ਆਪਣੇ ਜੀਵਨ ਵੱਲ ਝਾਤ ਮਾਰ। ਨਾਨਕ ਕੋ ਪ੍ਰਭ ਰਾਖ ਲੈ, ਮੇਰੇ ਸਾਹਿਬ ਬੰਦੀ ਮੋਚ। ਇਹ ਅਕਾਲ ਪੁਰਖ ਵਾਹਿਗੁਰੂ ਹੀ ਬਚਾ ਸਕਦਾ। ਬਾਬਾ ਨਾਨਕ ਜੀ ਕਹਿੰਦੇ ਮੈਂ ਬੇਨਤੀ ਕਰਦਾ, ਮੇਰੇ ਸਾਹਿਬ ਬੰਦੀ ਮੋਚ। ਮਾਲਕ ਜੀ ਤੂੰ ਬਚਾ ਸਕਦਾ ਭਰਮ ਚੋਂ। ਅਕਾਲ ਪੁਰਖ ਵਾਹਿਗੁਰੂ ਕੱਢ ਸਕਦਾ, ਸਤਿਗੁਰੂ ਜੀ ਕੱਢ ਸਕਦੇ ਆ ਭਰਮ ਸਾਡੇ ਅੰਦਰੋਂ। ਪਰ ਅਸੀਂ ਸੋਚੀਏ, ਵਿਚਾਰੀਏ, ਸਮਝੀਏ ਬਾਣੀ ਨੂੰ, ਉਹੋ ਜਿਹਾ ਸਾਡਾ ਜੀਵਨ ਹੋਵੇ। ਕਤਕ ਹੋਵੇ ਸਾਧ ਸੰਗ, ਬਿਨਸੈ ਸਭੈ ਸੋਚ। ਮਨੁੱਖ ਕਿਤੇ ਗੁਰੂ ਦੇ ਚਰਨਾਂ ਵਿੱਚ ਆ ਜਾਵੇ। ਕਤਕ ਹੋਵੇ ਸਾਧ ਸੰਗ, ਸਾਧ ਸੰਗ ਤੋਂ ਭਾਵ ਗੁਰੂ ਦੀ ਸੰਗਤ। ਕਿਤੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਸੀਂ ਜੁੜ ਜਾਈਏ। ਕਤਕ ਤੋਂ ਭਾਵ ਪੁਰਾਣੀ ਮਹੀਨਾ ਨਹੀਂ, ਵੀ ਕਤਕ ਦੇ ਮਹੀਨੇ 'ਚ ਵਿਅਕਤੀ ਨੂੰ ਕਿਤੇ ਗੁਰੂ ਦੀ ਸੰਗਤ ਮਿਲ ਜੇ। ਕਤਕ ਹੋਵੇ ਸਾਧ ਸੰਗ, ਬਿਨਸੈ ਸਭੈ ਸੋਚ। ਇਦੋਂ ਵੱਡੀ ਗਰੰਟੀ ਕੀ ਹੋ ਸਕਦੀ ਹੈ? ਇਦੋਂ ਵੱਡੀ ਗਰੰਟੀ ਕੋਈ ਲੈ ਸਕਦਾ ਵੀ ਤੇਰੇ ਸਾਰੇ ਸੋਚਾਂ ਖਤਮ, ਤੇਰੇ ਸਾਰੇ ਵਹਿਮ ਭਰਮ ਖਤਮ, ਤੇਰੇ ਸਾਰੇ ਡਰ ਖਤਮ। ਕਿੱਥੇ ਆ ਕੇ? ਗੁਰੂ ਦੀ ਸੰਗਤ ਵਿੱਚ ਆ, ਗੁਰੂ ਕੋਲ ਬੈਠ ਕੇ ਸਾਰੇ ਹੀ ਖਤਮ। ਮਹਾਰਾਜ ਕਹਿੰਦੇ ਇਦੋਂ ਵੱਡੀ ਗਰੰਟੀ ਕੌਣ ਲੈ ਸਕਦਾ? ਆਓ ਗੁਰੂ ਦੇ ਨਾਲ ਜੁੜੀਏ, ਘਰ ਵਿੱਚ ਬਾਣੀ ਪੜ੍ਹਿਆ ਕਰੀਏ, ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੀਏ। ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਮੈਂ ਬੇਨਤੀ ਕਰਦਾ ਨਾ, ਟਾਈਮ ਥੋੜ੍ਹਾ ਜਿਹਾ ਉੱਪਰ ਹੋ ਗਿਆ।
ਜਦੋਂ ਮੀਰ ਮੰਨੂ ਨੇ ਸਾਡੀਆਂ ਮਾਵਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਸੀ, ਉਹਦਾ ਰੀਜਨ ਸੀ ਬਹੁਤ ਵੱਡਾ। ਉਹਨਾਂ ਨੂੰ ਕਿੰਨੇ ਉੱਥੇ ਤਸ਼ੀਹੇ ਦਿੱਤੇ ਗਏ। ਸਾਡੀਆਂ ਭੈਣਾਂ, ਸਾਡੀਆਂ ਮਾਵਾਂ ਆਪਣੇ ਇਤਿਹਾਸ ਤੋਂ ਹੀ ਵਾਕਿਫ ਨਹੀਂ ਹੈਗੀਆਂ ਵੀ ਸਾਡਾ ਇਤਿਹਾਸ ਵਿੱਚ ਥਾਂ ਕੀ ਹੈ। ਉਹ ਤਸ਼ੀਹੇ ਤਾਂ ਦਿੱਤੇ ਗਏ ਸੀ ਵੀ ਇਹਨਾਂ ਮਾਵਾਂ ਦੀ ਬੁੱਕਲ ਵਿੱਚ ਸਿੱਖੀ ਪਲਦੀ ਹੈ। ਜੇ ਇਹ ਡੋਲ ਗਈਆਂ ਤੇ ਫਿਰ ਇਹ ਖਤਮ ਕਰਨੇ ਬਹੁਤੇ ਔਖੇ ਨਹੀਂ, ਬੜਾ ਹੀ ਸੌਖਾ ਕੰਮ ਇਹਨਾਂ ਨੂੰ ਫਿਰ ਖਤਮ ਕਰਨਾ, ਜੇ ਕਿਤੇ ਇਹ ਡੋਲ ਗਈਆਂ। ਇਸ ਕਰਕੇ ਉਹਨਾਂ ਨੂੰ ਤਸ਼ੀਹੇ ਦਿੱਤੇ ਗਏ, ਬੱਚਿਆਂ ਦੀਆਂ ਆਂਦਰਾਂ ਕੱਢ ਕੇ ਗਲਾਂ 'ਚ ਹਾਰ ਪਾਏ ਗਏ ਵੀ ਇਹ ਡੋਲ ਜਾਣ ਕਿਸੇ ਲੋਟ, ਸਿੱਖੀ ਤੋਂ ਦੂਰ ਹੋ ਜਾਣ। ਧੰਨ ਜੀ ਉਹ ਮਾਵਾਂ ਜਿਹੜੀਆਂ ਸਿਦਕ ਨਿਭਾ ਗਈਆਂ ਆਪਣਾ, ਉਹਨਾਂ ਸਿੱਖੀ ਨਹੀਂ ਛੱਡੀ, ਬੱਚਿਆਂ ਦੇ ਆਂਦਰਾਂ ਦੇ ਹਾਰ ਗਲ 'ਚ ਪਵਾ ਲਏ। ਇਹ ਰੀਜਨ ਸੀ ਬਹੁਤ ਵੱਡਾ। ਅੱਜ ਅਸੀਂ ਆਪਣੇ ਆਪ ਤਲਾਂਜਲੀ ਨਾ ਦਈਏ। ਇਹ ਪ੍ਰੀਖਿਆ ਸੀ, ਨਾ ਸਮਝੋ ਵੀ ਗੋਦ ਵਿੱਚ ਬੱਚਾ ਪਲਦਾ ਹੈ, ਇਹ ਸਮਝੋ ਵੀ ਸਿੱਖੀ ਪਲ ਰਹੀ ਹੈ, ਨਾਲ ਨਾਲ ਸਿੱਖੀ ਪਲ ਰਹੀ ਹੈ ਗੋਦ ਵਿੱਚ। ਆਪ ਬਾਣੀ ਪੜ੍ਹੀਏ ਤੇ ਬੱਚਿਆਂ ਨੂੰ ਕੋਲ ਬਿਠਾ ਕੇ ਪੜ੍ਹਾਈਏ। ਕਿਸੇ ਨੇ ਕਰਨਾ ਨਹੀਂ ਕੰਮ ਆਪਣਾ। ਇਹ ਅੱਜ ਸਭ ਤੋਂ ਵੱਧ ਜੇ ਗੁੰਮਰਾਹ ਹੋ ਰਹੀ ਹੈ ਤੇ ਸਿੱਖ ਕੌਮ ਹੋ ਰਹੀ ਹੈ, ਹੋਰ ਕੋਈ ਨਹੀਂ ਹੋ ਰਿਹਾ। ਹਾਹਾਕਾਰ ਮੱਚੀ ਪਈ ਹੈ ਸੋਸ਼ਲ ਮੀਡੀਆ ਤੇ, ਕੀ ਕੁਛ ਹੋਇਆ ਪਿਆ ਹਾਲ ਸਾਡਾ। ਥੋੜ੍ਹਾ ਜਿਹਾ ਆਪਣੇ ਆਪ ਨੂੰ ਆਜ਼ਾਦ ਕਰੋ ਇਸ ਤਰੀਕੇ ਨਾਲ। ਤੁਹਾਡੀ ਆਪਣੇ ਆਪ ਤੇ ਤਾਂ ਚੱਲੇ ਨਾ, ਘੱਟੋ ਘੱਟ ਤੁਸੀਂ ਆਪਣੀ ਮਰਜ਼ੀ ਨਾਲ ਤਾਂ ਕੰਮ ਕਰ ਸਕੋ ਨਾ ਘੱਟੋ ਘੱਟ। ਫੇਰ ਹੀ ਇਹਨਾਂ ਨੂੰ ਪਤਾ ਲੱਗਣਾ ਵੀ ਇਹ ਵੱਖਰੇ ਨੇ, ਨਹੀਂ ਤੇ ਮਿਕਸ ਹੀ ਆ ਆਪਾਂ, ਕੋਈ ਫਰਕ ਨਹੀਂ ਸਾਡੇ ਵਿੱਚ। ਇੱਕ ਬੜੀ ਵੱਖਰੀ ਵਿਚਾਰਧਾਰਾ ਸੀ ਸਾਡੀ, ਨਾ ਸਾਡਾ ਹਿੰਦੂ ਨਾਲ ਵੈਰ, ਨਾ ਸਾਡਾ ਮੁਸਲਮਾਨ ਵੀਰਾਂ ਨਾਲ ਵੈਰ। ਅਸੀਂ ਇੱਕ ਇਨਸਾਨੀਅਤ ਦਾ ਹੋਕਾ ਦਿੱਤਾ ਸੀ, ਪਰ ਇਹ ਬਾਣੀ, ਇਹ ਗਿਆਨ ਗੁਰੂ ਦਾ, ਇਹ ਉਹਨਾਂ ਬੰਦਿਆਂ ਨੂੰ ਚੰਗਾ ਨਹੀਂ ਲੱਗਦਾ ਜਿਹੜੇ ਵਿਹਲੇ ਬਹਿ ਕੇ ਘਰਾਂ ਦੇ ਵਿੱਚ ਲੋਕਾਂ ਨੂੰ ਭਰਮ ਵਿੱਚ ਪਾ ਕੇ ਆਪਣਾ ਘਰ-ਬਾਰ ਚਲਾਉਣਾ ਚਾਹੁੰਦੇ ਨੇ। ਉਹਨਾਂ ਨੂੰ ਇਹ ਚੰਗਾ ਨਹੀਂ ਲੱਗਦਾ। ਹੁਣ ਕਿੰਨਾ ਫਰਕ ਪਿਆ। ਅੱਜ ਦੀ ਪੋਲਿਟਿਕਸ ਦੇਖੋ ਤੁਸੀਂ, ਅੱਜ ਤੋਂ ਪਿੱਛੇ ਦੀ ਦੇਖੋ, ਕਿੰਨੇ ਲੋਕ ਸਵਾਲ ਕਰਦੇ ਆ। ਗੁਰਮਤਿ ਦੇ ਨੇੜੇ ਆਓ, ਸੋਝੀ ਲੈ ਕੇ ਸੋਹਣਾ ਨਿਰਾਲਾ ਜੀਵਨ ਬਤੀਤ ਕਰੀਏ। ਸਾਡੇ ਕੋਲ ਸੋਝੀ ਹੋਵੇ, ਗਿਆਨ ਹੋਵੇ, ਅਸੀਂ ਪੁੱਛ ਸਕੀਏ ਕਿਸੇ ਨੂੰ, ਅਸੀਂ ਆਪਣੀ ਮਰਜ਼ੀ ਨਾਲ ਕੰਮ ਕਰ ਸਕੀਏ, ਨਾ ਅਸੀਂ ਪੁੱਛਣ ਜਾਈਏ ਕਿਸੇ ਨੂੰ। ਮੌਤ ਹੁੰਦੀ ਹੈ, ਕੋਈ ਵਹਿਮ ਨਹੀਂ ਕਰਨਾ ਭਾਈ। ਦੁੱਖ ਹੁੰਦਾ ਪਰਿਵਾਰਾਂ ਦੇ ਵਿੱਚੋਂ ਜਦੋਂ ਜੀ ਚਲੇ ਜਾਂਦੇ ਆ। ਸਾਡਾ ਵੀਰ ਗਿਆ, ਕਾਫੀ ਸਮੇਂ ਤੋਂ ਢਿੱਲਾ ਸੀ, ਮੈਂ ਦੇਖਦਾ ਹੁੰਦਾ ਸੀ ਇੱਥੋਂ ਦੀ ਲੰਘਦਾ। ਇੱਥੇ ਹੁਣ ਬਸ ਨਹੀਂ ਕੋਈ, ਆਪਾਂ ਰੋਕ ਨਹੀਂ ਨਾ ਸਕਦੇ। ਦੁੱਖ ਹੁੰਦਾ ਹੈ, ਪਰਿਵਾਰਾਂ ਚੋਂ ਜੀ ਜਾਂਦੇ ਆ। ਉਹ ਆਪਣਾ ਸਨੇਹ ਹੈ, ਆਪਣਾ ਨੇੜਤਾ ਹੈ, ਪਿਆਰ ਹੈ, ਮੁਹੱਬਤ ਹੈ, ਪਰਿਵਾਰ ਦੇ ਵਿੱਚ ਆਪਾਂ ਇਕੱਠੇ ਰਹਿੰਦੇ ਹੁੰਦੇ ਆ ਭਾਈ। ਦੁੱਖ ਹੁੰਦਾ, ਹਰ ਇੱਕ ਨੂੰ ਹੁੰਦਾ, ਪਰ ਇੱਕ ਚੀਜ਼ ਦਾ ਖਿਆਲ ਰੱਖੀਏ, ਜਿਹੜੀ ਆਪਣੇ ਹੱਥ ਵਿੱਚ ਨਹੀਂ ਚੀਜ਼, ਉਹ ਆਪਾਂ ਹੱਥ 'ਚ ਲੈ ਨਹੀਂ ਸਕਦੇ। ਬਸ ਇਹ ਨਾ ਭਰਮ ਰੱਖੀਏ ਵੀ ਜੇ ਅਸੀਂ ਆਹ ਦਿਨ ਆਹ ਕੰਮ ਕਰ ਲਿਆ ਤਾਂ ਕੰਮ ਗਲਤ ਹੋ ਜਾਏਗਾ। ਨਹੀਂ ਹੋਣਾ, ਉਹ ਠੀਕ ਹੀ ਹੋਏਗਾ ਜਿਹੜਾ ਤੁਸੀਂ ਆਪ ਸੋਚ ਕੇ ਰੱਖੋਗੇ। ਜੇ ਬਹੁਤਾ ਹੀ ਵਹਿਮ ਹੁੰਦਾ ਨਾ ਕੋਈ ਮਨ 'ਚ, ਆਪਣਾ ਤਾਂ ਰੱਖਣਾ ਹੀ ਨਹੀਂ। ਜੇ ਹੈ ਵੀ ਤਾਂ ਸਤਿਗੁਰਾਂ ਦੇ ਚਰਨਾਂ 'ਚ ਹੀ ਆ ਕੇ ਅਰਦਾਸ ਬੇਨਤੀ ਕਰੋ ਤੇ ਆਪਣਾ ਕੰਮ ਕਰ ਲਓ। ਇੱਥੇ ਹੀ ਆ ਜਾਓ। ਸੋ ਵਿਚਾਰਾਂ ਕਰਨ ਦਾ ਜਿਹੜਾ ਫਾਇਦਾ ਆਪਾਂ ਨੂੰ ਤਾਂ ਹੀ ਹੈ ਗੁਰਮੁਖੋ, ਜੇ ਆਪਾਂ ਸੁਣ ਕੇ ਸੋਝੀ ਲੈ ਕੇ ਜੀਵਨ ਬਤੀਤ ਉੱਦਾਂ ਦਾ ਕਰਦੇ। ਇਸ ਲਈ ਕੋਈ ਵਹਿਮ ਨਹੀਂ ਰੱਖਣਾ ਮਨ ਦੇ ਵਿੱਚ 1% ਵੀ। ਮੈਂ ਇੱਕ ਛੋਟੀ ਜਿਹੀ ਗੱਲ ਹੋਰ ਕਰਕੇ ਤੁਹਾਡੇ ਨਾਲ ਸਮਾਪਤੀ ਕਰ ਦੇਣੀ ਹੈ। ਇਲਾਕੇ ਦੇ ਲੋਕ ਤਕਰੀਬਨ ਮੈਨੂੰ ਜਾਣਦੇ ਹੀ ਨੇ। ਜਦੋਂ ਮੈਂ ਸਕੂਲ ਦੀ ਨੀਂਹ ਰੱਖੀ ਹੈ ਨਾ, ਉਸ ਦਿਨ ਮੇਰੇ ਭਰਾ ਦੀ ਵਾਈਫ ਦੀ ਡੈਥ ਹੋਈ ਸੀ। ਚੇਤਾ ਰੱਖਿਓ ਇਸ ਗੱਲ। ਸਕੂਲ ਦੀਆਂ 4 ਇੱਟਾਂ ਧਰੀਆਂ ਸੀ ਤੇ ਸਾਨੂੰ ਫੋਨ ਆ ਗਿਆ ਵੀ ਡੈਥ ਹੋ ਗਈ। ਹੁਣ ਮੇਰੇ ਲਈ ਉਦੋਂ ਮਾੜਾ ਦਿਨ ਕੋਈ ਹੋ ਸਕਦਾ ਸੀ ਵੀ ਮੈਂ ਸਕੂਲ ਦਾ ਨੀਂਹ ਪੱਥਰ ਰੱਖਦਾ
ਤੇ ਮੇਰੇ ਭਰਾ ਦੀ ਵਾਈਫ ਦੀ ਡੈਥ ਹੋ ਗਈ, ਮੈਨੂੰ ਤਾਂ ਕੰਮ ਹੀ ਛੱਡ ਦੇਣਾ ਚਾਹੀਦਾ ਸੀ ਵੀ ਇਹ ਕੰਮ ਕਾਹਦਾ ਕਰਿਆ ਤੇ ਪਹਿਲਾਂ ਮੌਤ ਹੋ ਗਈ, ਇਹ ਤੋਂ ਸਾਨੂੰ ਕੀ ਮੁਨਾਫਾ ਮਿਲਣਾ, ਇਹ ਕਿੱਦਾਂ ਦਾ ਚੱਲੇਗਾ, ਕੀ ਹੋਏਗਾ। ਪਰ ਨਹੀਂ, ਉਹ ਆਪਣੇ ਹੱਥ 'ਚ ਹੀ ਨਹੀਂ ਸੀ, ਭਰੋਸਾ ਸੀ ਸਤਿਗੁਰਾਂ ਤੇ। ਭੋਗ ਤੋਂ ਬਾਅਦ ਅਸੀਂ ਕੰਮ ਤੋੜ ਲਏ। ਅੱਜ ਇੱਕ ਬੱਸ ਤੋਂ 16 ਬੱਸਾਂ ਨੇ, 5 ਕਮਰਿਆਂ ਤੋਂ 50 ਕਮਰੇ ਨੇ। ਵਹਿਮ ਕਰ ਲਿਆ ਤੇ ਛੱਡ ਦਿੰਦੇ। ਅੱਜ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਵੀ ਦਿੰਦੇ ਹਾਂ ਅਸੀਂ, ਅੱਜ ਉੱਥੇ ਅਸੀਂ ਕੀਰਤਨ ਵੀ ਸਿਖਾਉਂਦੇ। ਵਹਿਮ ਨਹੀਂ ਕਰਨਾ ਕੋਈ, ਵਹਿਮ ਪਿੱਛੇ ਲੈ ਜਾਏਗਾ ਜ਼ਿੰਦਗੀ ਨੂੰ, ਚੰਗੀ ਸੋਚ ਅੱਗੇ ਲੈ ਕੇ ਜਾਏਗੀ। ਮੌਤ ਇੱਕ ਦਿਨ ਆਉਣੀ ਹੈ, ਅਟਲ ਸੱਚਾਈ ਹੈ। ਸਰੀਰਕ ਮੌਤ ਆਏਗੀ, ਆਤਮਿਕ ਮੌਤ ਨਹੀਂ ਮਰਨਾ। ਆਤਮਿਕ ਤੌਰ ਤੇ ਬਲਵਾਨ ਹੋਈਏ, ਥੋੜਾ ਬਹੁਤਾ ਨੁਕਸਾਨ ਹੋ ਜਾਂਦਾ ਅਸੀਂ ਭੱਜ ਲੈਂਦੇ ਹਾਂ ਜਦੀ। ਪਰਿਵਾਰ 'ਚ ਕੋਈ ਨੁਕਸਾਨ ਹੋ ਗਿਆ ਅਸੀਂ ਜਦੀ ਭੱਜ ਲੈਣਾ, ਪੁੱਛਣ ਵੀ ਫਲਾਣੇ ਬਾਬੇ ਨੂੰ ਪੁੱਛਿਆ ਜੀ, ਧਮਕੇ ਨੂੰ ਪੁੱਛਿਆ ਜੀ। ਨਹੀਂ, ਆਹੀ ਗੁਰੂ ਘਰ ਨੇ ਆਪਣੇ, ਇਹਨਾਂ ਨੂੰ ਵਧੀਆ ਬਣਾਓ, ਇੱਥੇ ਹੀ ਚੰਗੇ ਪ੍ਰਚਾਰ ਦੇ ਸਾਧਨ ਪੈਦਾ ਕਰੋ। ਇੱਥੇ ਹੀ ਇਹੀ ਆਪਣੀ ਜੜ ਸੀ। ਇੱਥੋਂ ਅਸੀਂ ਬਹੁਤ ਕਮਜ਼ੋਰ ਹੋ ਗਏ, ਅਸੀਂ ਆਲੇ ਦੁਆਲੇ ਤੁਰੇ ਫਿਰਦੇ। ਬਾਬਾ ਨਾਨਕ ਜੀ ਨੇ ਆਖਿਆ ਸੀ ਘਰ ਘਰ ਅੰਦਰ ਧਰਮਸ਼ਾਲ, ਉਹ ਹੋਣੀ ਚਾਹੀਦੀ ਸੀ। ਧਰਮਸ਼ਾਲ ਨਹੀਂ ਹੋਈ, ਘਰ ਘਰ ਨਸ਼ੇ ਜ਼ਰੂਰ ਆ ਗਏ। ਹੋਣੀ ਚਾਹੀਦੀ ਸੀ ਧਰਮਸ਼ਾਲ, ਪਰ ਆ ਗਏ ਨਸ਼ੇ, ਆ ਗਈਆਂ ਭੈੜੀਆਂ ਆਦਤਾਂ। 5-5 ਗੁਰਦੁਆਰੇ, 4-4 ਬਿਲਡਿੰਗਾਂ ਦੇ ਵਿੱਚੋਂ ਸਿੱਖੀ ਇਸ ਤਰ੍ਹਾਂ ਨਹੀਂ ਪੈਦਾ ਹੋਣੀ। ਇੱਥੇ ਬੈਠ ਕੇ ਵਿਚਾਰਾਂ ਕਰਨੀਆਂ ਪੈਣੀਆਂ ਨੇ। ਗੁਰੂ ਦੇ ਚਰਨਾਂ 'ਚ ਜੁੜਨਾ ਪੈਣਾ, ਇਕੱਲੇ ਨੂੰ ਤਹੀਆ ਕਰਨਾ ਪੈਣਾ, ਆਪਣੇ ਪਰਿਵਾਰਾਂ ਨੂੰ ਸਾਂਭਣਾ ਪੈਣਾ, ਬੱਚਿਆਂ ਨੂੰ ਸਾਂਭਣਾ ਪੈਣਾ, ਸਾਡੇ ਐਜੂਕੇਸ਼ਨ 'ਚ ਪਾਲਿਸੀਜ਼ ਨੂੰ ਦੇਖਣਾ ਪੈਣਾ ਵੀ ਕਿੱਦਾਂ ਦੀਆਂ ਨੇ। ਬਹੁਤ ਕੁਝ ਸੋਚਣਾ ਪੈਣਾ ਆਪਣੇ ਬੱਚਿਆਂ ਦੇ ਲਈ, ਤਾਂ ਕਿ ਸਾਡਾ ਫਿਊਚਰ ਵਧੀਆ ਹੋਵੇ ਆਉਣ ਵਾਲੇ ਸਾਡੇ ਬੱਚਿਆਂ ਦਾ। ਸਾਡਾ ਤੇ ਜੋ ਲੰਘ ਗਿਆ, ਸਾਡੇ ਬੱਚਿਆਂ ਦਾ ਫਿਊਚਰ ਵਧੀਆ ਹੋਵੇ। ਇਸ ਲਈ ਗੁਰਮਤਿ ਨਾਲ ਜੁੜਨਾ ਹੈ। ਮੌਤ ਅਟਲ ਸੱਚਾਈ ਹੈ। ਫਰੀਦਾ ਭੰਨੀ ਘੜੀ 97, ਟੂਟੀ ਨਾਗਰ ਲੱਜ, ਅਜ਼ਰਾਈਲ ਫਰਿਸ਼ਤਾ ਕਹਿ ਘਰ ਨਾਠੀ। ਇਹਦਾ ਪਤਾ ਨਹੀਂ ਕਿਹਦੇ ਘਰੇ ਪ੍ਰਾਹੁਣਾ, ਅੱਜ ਇੱਥੇ ਹੈ ਮੌਤ ਦਾ ਫਰਿਸ਼ਤਾ ਹੈ, ਕੱਲ ਨੂੰ ਪਤਾ ਨਹੀਂ ਕਿਹਦੇ ਘਰੇ ਪ੍ਰਾਹੁਣਾ ਬਣਿਆ ਬੈਠਾ ਹੋ। ਇਸ ਲਈ ਜਿਹੜਾ ਤੇਰਾ ਕਾਰਜ ਹੈ, ਸਤਿਗੁਰਾਂ ਦੇ ਨਾਲ ਜੁੜਨਾ, ਬਾਣੀ ਪੜ੍ਹਨੀ, ਸੋਹਣਾ ਨਿਰਾਲਾ ਜੀਵਨ ਬਤੀਤ ਕਰਨਾ। ਇਸ ਲਈ ਮਹਾਰਾਜ ਨੇ ਬਾਣੀ 'ਚ ਲਿਖਿਆ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫੱਕੜੇ ਸਭ ਮੁੱਕਦੀ ਚੱਲੀ ਰਹਿਣ। ਆਓ ਪੜ੍ਹੀਏ। ਉਸ ਤੋਂ ਬਾਅਦ ਭਾਈ ਸਾਹਿਬ ਆਨੰਦ ਸਾਹਿਬ ਜੀ ਦਾ 6 ਪੌੜੀਆਂ ਦਾ ਪਾਠ ਕਰਨਗੇ। ਆਇਆ ਲਾਹਾ ਲੈਣ ਪ੍ਰਾਣੀ ਤੂੰ, ਆਇਆ ਲਾਹਾ ਲੈਣ, ਆਇਆ ਲਾਹਾ ਲੈਣ ਪ੍ਰਾਣੀ ਤੂੰ, ਆਇਆ ਲਾਹਾ ਲੈਣ। ਬੋਲੋ ਲੱਗਾ ਕਿਤ ਕੋ ਫੱਕੜੇ, ਲੱਗਾ ਕਿਤ ਕੋ ਫੱਕੜੇ, ਸਭ ਮੁੱਕਦੀ ਚੱਲੀ ਰਹਿਣ ਪ੍ਰਾਣੀ ਤੂੰ, ਆਇਆ ਲਾਹਾ ਲੈਣ, ਆਇਆ ਲਾਹਾ ਲੈਣ ਪ੍ਰਾਣੀ ਤੂੰ, ਆਇਆ ਲਾਹਾ ਲੈਣ। ਆਓ ਸਤਿਗੁਰੂ ਜੀ ਇਸ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਦੋਸਤਾਂ ਮਿੱਤਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਬੋਲਦਿਆਂ ਤੋਂ ਇੱਕ ਨਹੀਂ, ਬਹੁਤ ਪ੍ਰਕਾਰ ਦੀਆਂ ਕਈ ਵਾਰ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਸਤਿਗੁਰੂ ਜੀ ਤੇ ਸਮੁੱਚੀ ਸੰਗਤ ਬਖਸ਼ਣਯੋਗ ਹੈ। ਆਓ ਇੱਥੇ ਸਮਾਪਤੀ ਕਰੀਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।